Never give up. As you can read behind me, never give up. Never give up on your IELTS score. ਜੇ ਤੁਸੀਂ ਵੀ ਆਪਣਾ ਰਿਕੁਆਇਰਡ IELTS ਸਕੋਰ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ CT Global ਦੇ ਐਕਸਪੀਰੀਐਂਸਡ ਐਂਡ ਸਰਟੀਫਾਈਡ ਟਿਊਟਰਸ ਨੂੰ because as we all know ਕਿ CT Global Education Services provides you the best facilities for your IELTS score ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਕੰਟਰੀ 'ਚ ਪੜ੍ਹਨ ਵਾਸਤੇ ਇੰਗਲਿਸ਼ ਐਲੀਜੀਬਿਲਿਟੀ ਟੈਸਟ IELTS is the most important test, so please connect with CT Global Education Services for your required and requisite score. IELTS जी हाँ IELTS ਦਾ ਖਿਆਲ ਆਉਂਦੇ ਹੀ ਇਹ ਮਾਈਂਡ 'ਚ ਕੁਐਸਚਨ ਆਉਂਦਾ ਹੈ ਕਿ IELTS ਆਖਿਰ ਕੀਤੀ ਕਿੱਥੋਂ ਜਾਏ। CT Global Education Services ਜਿਹੜਾ ਕਿ ਇੱਕ ਬਹੁਤ ਮੰਨਿਆ ਹੋਇਆ ਬ੍ਰਾਂਡ ਬਣ ਗਿਆ ਹੈ ਮਾਰਕੀਟ ਦੇ ਵਿੱਚ, ਤੁਹਾਡੇ ਬਾਹਰ ਜਾਣ ਦੇ ਸੁਪਨਿਆਂ ਨੂੰ ਕਰੇਗਾ ਸਾਕਾਰ ਇੱਕ ਬਹੁਤ ਸਿੰਪਲ ਤਰੀਕੇ ਨਾਲ। ਸਾਡੇ IELTS ਕਰਾਉਣ ਦੇ ਤਰੀਕੇ, ਕਨਸੈਪਟਸ, ਲੌਜਿਕਸ ਸਾਨੂੰ ਅਲੱਗ ਕਰਦੇ ਨੇ ਬਾਕੀ ਸਾਰਿਆਂ ਤੋਂ, ਜਿੱਥੇ ਕਿ ਕੁਝ ਸਟੂਡੈਂਟਸ ਦਾ ਸੁਪਨਾ ਜਿਹੜਾ ਆ ਉਹ ਸਾਕਾਰ ਨਹੀਂ ਹੋ ਪਾਉਂਦਾ। ਸਾਡੇ ਰਿਜ਼ਲਟਸ ਬੋਲਦੇ ਨੇ ਮਾਰਕੀਟ ਦੇ ਵਿੱਚ ਜਿਹੜੇ ਕਿ ਤੁਹਾਨੂੰ ਇੱਕ ਐਸ਼ੋਰੈਂਸ ਦੇਣਗੇ ਕਿ IELTS ਕਰਨੀ ਹੁਣ ਅੱਜ ਦੇ ਟਾਈਮ ਤੇ ਔਖੀ ਨਹੀਂ ਰਹੀ। ਅੱਜ ਹੀ ਡੈਮੋ ਅਪਾਇੰਟਮੈਂਟ ਬੁੱਕ ਕਰਵਾਓ CT Global Education Services ਆਫਿਸ 'ਚ ਆ ਕੇ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਰਾਹ ਵਿਦੇਸ਼ਾਂ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਦੀਕਸ਼ਾ ਵੱਲੋਂ ਨਿੱਘਾ ਸਵਾਗਤ ਜੀ। ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਬੇਹੱਦ ਹੀ ਖਾਸ ਹੋਣ ਵਾਲਾ ਹੈ ਉਹਨਾਂ ਬੱਚਿਆਂ ਲਈ ਜਿਹੜੇ ਸਪੈਸ਼ਲੀ ਕੈਨੇਡਾ ਜਾ ਕੇ ਆਪਣੀ ਜਿਹੜੀ ਹੈ ਸਟੱਡੀ ਪੂਰੀ ਕਰਨਾ ਚਾਹੁੰਦੇ ਨੇ। ਤੇ ਇਹਨਾਂ ਬੱਚਿਆਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਜਿਵੇਂ ਕਿ ਉਹ ਕਿਵੇਂ ਆਪਣੀ ਜਿਹੜੀ ਫਾਈਲ ਲਗਾਉਣ, ਕਿੱਥੋਂ ਪ੍ਰੋਸੈਸਿੰਗ ਕਰਵਾਉਣ ਤੇ ਕੀ ਜਿਹੜੇ ਹੈ ਐਲੀਜੀਬਿਲਿਟੀ ਕ੍ਰਾਈਟੇਰੀਆਜ਼ ਨੇ। ਤੇ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਦੇਣ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਮਾਹਰ ਮਹਿਮਾਨ, ਮੈਨੇਜਿੰਗ ਡਾਇਰੈਕਟਰ ਸਿਟੀ ਗਰੁੱਪ ਐਂਡ ਸਿਟੀ ਯੂਨੀਵਰਸਿਟੀ, ਫਾਊਂਡਰ ਐਂਡ ਡਾਇਰੈਕਟਰ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਡਾਕਟਰ ਮਨਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਥੈਂਕ ਯੂ ਸੋ ਮਚ। ਤੇ ਇਹਨਾਂ ਦੇ ਨਾਲ ਹੀ ਮੈਨੇਜਰ ਆਫ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ ਮਿਸਟਰ ਤਰੁਣ ਸ਼ਰਮਾ ਜੀ। ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਰ ਜੇਕਰ ਅਸੀਂ ਗੱਲ ਕਰਦੇ ਹਾਂ ਪਿਛਲੇ ਦਹਾਕੇ ਦੇ ਬਾਰੇ ਤੇ ਖਾਸ ਕਰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਵੀ ਹੈ ਉਹ ਕੈਨੇਡਾ ਦੇ ਉੱਤੇ ਹੀ ਹੈ, ਤੇ ਪਿਛਲੇ ਦਹਾਕੇ ਨੂੰ ਦੇਖਦੇ ਹੋਏ ਅਸੀਂ ਦੇਖਦੇ ਹਾਂ ਕਿ ਬਹੁਤ ਜਿਹੜੀ ਨੌਜਵਾਨ ਪੀੜ੍ਹੀ ਹੈ ਖਾਸ ਕਰਕੇ ਪੰਜਾਬੀਆਂ ਦੀ ਸਰ ਕੈਨੇਡਾ ਵੱਲ ਨੂੰ ਬਹੁਤ ਤਰਜੀਹ ਦੇ ਰਹੀ ਹੈ। ਤੇ ਇਸ ਦਾ ਕੀ ਭਾਵ ਹੈ ਕਿ ਕਿਉਂ ਉਹ ਕੈਨੇਡਾ ਵੱਲ ਨੂੰ ਹੀ ਜ਼ਿਆਦਾ ਜਾ ਰਹੇ ਨੇ? ਸਭ ਤੋਂ ਪਹਿਲਾਂ ਤਾਂ ਜੀ ਬਿਕਾਜ਼ ਕੈਨੇਡਾ ਇਜ਼ ਅ ਵੈਰੀ ਵੈਲਕਮਿੰਗ ਕੰਟਰੀ, ਕਾਸਮੋਪੋਲੀਟਨ ਪਲੇਸ, ਡਾਈਵਰਸ ਨੇਸ਼ਨ ਹੈਗਾ ਆ, ਐਂਡ ਦੇ ਵੈਲਕਮ ਪੀਪਲ ਵਿਦ ਓਪਨ ਆਰਮਸ। lot of opportunities are there because it's a developing country ਤੇ ਸਭ ਤੋਂ ਜ਼ਰੂਰੀ ਉੱਥੇ ਰੇਸਿਜ਼ਮ ਨਹੀਂ ਹੈਗਾ। ਮੈਂ ਬਹੁਤ ਵਾਰੀ ਆਪ ਕੈਨੇਡਾ ਗਿਆ ਆ, there is no racism I have ever seen or ever come across or ਕਿਸੇ ਤੋਂ ਸੁਣਿਆ ਹੋਵੇ ਇੱਦਾਂ ਦਾ। ਕਈ countries which I don't want to name, but Canada the main point is this, as I said, welcoming, and ਉੱਥੇ opportunities ਬਹੁਤ ਹੈ ਅੱਗੇ ਸਟੱਡੀ ਤੋਂ ਬਾਅਦ PR ਲੈ ਕੇ ਉੱਥੇ ਕੰਮ ਕਰਨ ਦੀਆਂ, ਪੱਕੇ ਹੋਣ ਦੀਆਂ ਐਂਡ ਆਪਣਾ ਘਰ ਵਸਾਉਣ ਦੀਆਂ। ਜੀ ਜੀ ਬਿਲਕੁਲ ਸਹੀ ਗੱਲ ਕਹੀ ਹੈ ਸਰ ਨੇ ਕਿ ਕੈਨੇਡਾ ਦੇ ਵਿੱਚ ਰੇਸਿਜ਼ਮ ਨਹੀਂ ਹੈਗਾ ਬਿਕੋਜ਼ ਕੈਨੇਡਾ ਇੱਕ ਅਜਿਹੀ ਕੰਟਰੀ ਹੈ ਜਿੱਥੇ ਕਿ ਸਾਰਿਆਂ ਨੂੰ ਇੱਕ ਹੀ ਤਰ੍ਹਾਂ ਨਾਲ ਵੇਖਿਆ ਜਾਂਦਾ, ਖਾਸ ਕਰ ਸਰ ਪੰਜਾਬੀਆਂ ਦਾ ਤਾਂ ਦੂਸਰਾ ਘਰ ਹੈ ਕੈਨੇਡਾ। ਐਂਡ ਮੈਂ ਸੌਰਵ ਜੀ ਐਡ ਕਰਨਾ ਚਾਹੁੰਦਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਇਕੋਨੋਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ, ਬਹੁਤ ਮਿਹਨਤ ਕੀਤੀ ਹੈ। ਪੰਜਾਬੀ ਆ ਦੇ ਨੋਨ ਬਹੁਤ ਮਿਹਨਤੀ ਬੰਦੇ ਆ ਔਰ ਉਹਨਾਂ ਨੇ ਉੱਥੇ ਜਾ ਕੇ ਕੈਨੇਡਾ ਨੂੰ ਵੀ ਬਹੁਤ ਗਰੋ ਕੀਤਾ। ਦਿਸ ਇਜ਼ ਵਨ ਆਫ ਦ ਮੇਜਰ ਰੀਜ਼ਨ ਕੈਨੇਡਾ ਆਲਵੇਜ਼ ਲਵ ਪੰਜਾਬੀ। ਜੀ ਸਰ ਜੇ ਮੇਰਾ ਅਗਲਾ ਸਵਾਲ ਸਰ ਤੁਹਾਡੇ ਨਾਲ ਕਿ ਜੇਕਰ ਅਸੀਂ ਗੱਲ ਕਰਦੇ ਹਾਂ ਜਿਵੇਂ ਕਿ ਕੈਨੇਡਾ ਬਾਰੇ ਅਸੀਂ ਗੱਲ ਕਰ ਰਹੇ ਸਰ, ਕੀ ਜਿਹੜਾ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਕਿ +2 ਤੋਂ ਬਾਅਦ ਬੱਚੇ ਨੂੰ ਕਿਹੜੇ ਡਾਕੂਮੈਂਟ ਜਿਹੜੇ ਹੈ ਆਪਣੇ ਪ੍ਰੋਸੈਸਿੰਗ ਫਾਈਲ ਦੇ ਵਿੱਚ ਲਗਾਉਣੇ ਹੈ, ਜਾਂ ਗ੍ਰੈਜੂਏਟ ਸਟੂਡੈਂਟਸ ਜਾਂ ਪੋਸਟ ਗ੍ਰੈਜੂਏਟ ਸਟੂਡੈਂਟਸ ਲਈ ਕੈਨੇਡਾ ਲਈ ਕਿਵੇਂ ਰਾਹ ਖੋਲ੍ਹਦੇ ਹੈ? ਮੈਮ ਜਦੋਂ ਅਸੀਂ ਕਦੇ ਵੀ ਕਿਸੇ ਵੀ ਫੋਰਨ ਕੰਟਰੀ ਦੇ ਲਈ ਐਜੂਕੇਸ਼ਨ ਲਈ ਸਿਲੈਕਟ ਕਰਦੇ ਹਾਂ, ਚਾਹੇ ਉਹ ਕੈਨੇਡਾ, ਆਸਟ੍ਰੇਲੀਆ, UK ਜਾਂ USA, ਉਹਦੇ ਸਭ ਤੋਂ ਪਹਿਲੀ ਜਿਹੜੀ ਆਪਣੇ ਕੋਲ ਇੱਕ ਕੰਸਟ੍ਰੇਂਟ ਕਹਿ ਲਈਏ ਜਾਂ ਆਪਾਂ ਇੱਕ ਐਲੀਜੀਬਿਲਿਟੀ ਕਹਿ ਲਈਏ, ਉਹ ਸਭ ਤੋਂ ਪਹਿਲੀ ਹੈ ਇੰਗਲਿਸ਼ ਐਲੀਜੀਬਿਲਿਟੀ ਲੈਂਗੁਏਜ। ਅਗਰ ਅਸੀਂ ਗੱਲ ਕਰਦੇ ਹਾਂ, ਇੰਡੀਆ ਇੱਕ ਨੋਨ ਨੇਟਿਵ ਇੰਗਲਿਸ਼ ਕੰਟਰੀ ਹੈ। ਜਦੋਂ ਵੀ ਅਸੀਂ UK, ਆਸਟ੍ਰੇਲੀਆ ਜਾਂ ਕੈਨੇਡਾ ਸਿਲੈਕਟ ਕਰਦੇ ਹਾਂ ਜਿੱਥੇ ਕਿ ਫਸਟ ਲੈਂਗੁਏਜ ਜਾਂ ਸੈਕੰਡ ਲੈਂਗੁਏਜ ਇੰਗਲਿਸ਼ ਚੱਲ ਰਹੀ ਹੈ, ਉਹਦੇ 'ਚ ਸਾਨੂੰ ਇੰਡੀਅਨਸ ਨੂੰ ਉੱਥੇ ਇੱਕ ਟੈਸਟ ਦੇਣਾ ਪਏਗਾ ਜਿਹਦੇ ਅੰਦਰ ਕਿ ਉਹ ਆਪਣੀ ਐਲੀਜੀਬਿਲਿਟੀ ਕਲੀਅਰ ਕਰਨਗੇ ਕਿ ਉਹ ਆਪਣੀ ਗੱਲ ਸਮਝਾ ਸਕਦੇ ਨੇ, ਉਹਨਾਂ ਦੀ ਗੱਲ ਉੱਥੇ ਸਮਝ ਸਕਦੇ ਨੇ। ਕਿਉਂਕਿ ਅਗਰ ਅਸੀਂ ਐਜੂਕੇਸ਼ਨ ਸੈਕਟਰ ਦੀ ਵੀ ਗੱਲ ਕਰਦੇ ਹਾਂ, ਉੱਥੇ ਸਪੂਨ ਫੀਡਿੰਗ ਨਹੀਂ ਚੱਲਦਾ। ਪ੍ਰੋਫੈਸਰਸ ਆਉਂਦੇ ਨੇ, ਲੈਕਚਰ ਡਿਲੀਵਰ ਕਰਕੇ ਚਲੇ ਜਾਂਦੇ ਨੇ, ਉਹਨਾਂ ਨੂੰ ਨੋਟ ਕਰਨਾ, ਆਪਣੀ ਪ੍ਰੈਜੈਂਟੇਸ਼ਨ ਕਲੀਅਰ ਕਰਨਾ, ਉਹਦੇ ਸਾਰੇ ਦੇ ਲਈ ਇੰਗਲਿਸ਼ ਲੈਂਗੁਏਜ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ। ਤੇ ਸਭ ਤੋਂ ਪਹਿਲੀ ਅਗਰ ਐਲੀਜੀਬਿਲਿਟੀ ਗੱਲ ਕਰਦੇ ਹਾਂ ਕੈਨੇਡਾ ਦੇ ਲਈ ਸਪੈਸ਼ਲੀ +2 ਪਾਸ ਕਰਨ ਤੋਂ ਬਾਅਦ ਬੱਚੇ ਲਈ ਕਿ ਨਾਟ ਲੈਸ ਦੈਨ 6 ਇਨ ਈਚ ਮੋਡਿਊਲ। 4 ਮੋਡਿਊਲ ਹੁੰਦੇ ਨੇ ਮੈਮ,
ਰਾਈਟਿੰਗ, ਲਿਸਨਿੰਗ, ਰੀਡਿੰਗ ਐਂਡ ਸਪੀਕਿੰਗ। ਆਪਾਂ ਕੋਈ ਵੀ ਟੈਸਟ ਆਪਾਂ ਸਿਲੈਕਟ ਕਰ ਸਕਦੇ ਹਾਂ, ਚਾਹੇ ਪੀਟੀ ਹੈ, ਚਾਹੇ ਆਇਲਸ ਹੈ, ਕੋਈ ਵੀ। 4 ਮੋਡਿਊਲਸ ਦੇ ਉੱਪਰ ਉਹ ਚੈੱਕ ਕਰਦੇ ਨੇ। ਇਹਨਾਂ 4 ਦੇ ਅੰਦਰ ਉਹਨੂੰ ਐਟਲੀਸਟ 6 ਇਨ ਈਚ ਮੋਡਿਊਲ ਜਿਹੜੀ ਸਕੋਰ ਉਹਨੂੰ ਕਰਨੀ ਪਏਗੀ, ਤਾਂ ਕਿ ਉਹ ਆਪਣੀ ਫਾਈਲ ਨੂੰ ਪ੍ਰੋਸੈਸ ਕਰਵਾ ਸਕੇ SDS ਕੈਟਾਗਰੀ, ਜਿਹਨੂੰ ਅਸੀਂ ਸਟੂਡੈਂਟ ਡਾਇਰੈਕਟ ਸਟਰੀਮ ਕੈਟਾਗਰੀ ਕਹਿੰਦੇ ਹਾਂ। ਅਤੇ ਇਸੇ ਤਰ੍ਹਾਂ ਹੀ ਅਗਰ ਉਹ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੋਰਸਿਸ ਲਈ ਅੱਗੇ ਪ੍ਰੋਸੀਡ ਕਰ ਰਿਹਾ ਬੱਚਾ, ਤੇ ਉਹਨੂੰ ਉਹਦੇ ਲਈ 6.5 ਓਵਰਆਲ, ਨਾਟ ਲੈਸ ਦੈਨ 6। ਬਟ ਇਹ ਐਲੀਜੀਬਿਲਿਟੀ ਕਾਲਜ ਟੂ ਯੂਨੀਵਰਸਿਟੀ ਇਨਕਰੀਜ਼ ਵੀ ਹੋ ਜਾਂਦੀ ਹੈ। ਅਗਰ ਅਸੀਂ ਅੱਛੀ ਯੂਨੀਵਰਸਿਟੀ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਐਲੀਜੀਬਿਲਿਟੀ ਜਿਹੜੀ ਹੈ 7.5 ਓਵਰਆਲ, 7 ਓਵਰਆਲ, ਨਾਟ ਲੈਸ ਦੈਨ 6.5 ਇਨ ਈਚ ਮੋਡਿਊਲ। ਤੇ ਬੱਚੇ ਨੂੰ ਹਮੇਸ਼ਾ ਵੱਧ ਤੋਂ ਵੱਧ ਇਸ 9 ਬੈਂਡ ਸਕੋਰ ਦੇ ਅੰਦਰ ਜਿੰਨੀ ਉਹ ਸਕੋਰ ਲੈ ਸਕਦਾ ਉਹਦੇ ਲਈ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਸਰਾ ਮੈਮ ਆਉਂਦੀ ਹੈ ਅਕੈਡਮਿਕ ਐਲੀਜੀਬਿਲਿਟੀ। ਦੇਖੋ, ਅਕੈਡਮਿਕ ਐਲੀਜੀਬਿਲਿਟੀ ਦੀ ਗੱਲ ਕਰੀਏ ਤਾਂ 50% ਐਲੀਜੀਬਿਲਿਟੀ ਕਿਸੇ ਵੀ ਕੋਰਸ ਲਈ ਚੱਲਦੀ ਹੈ, ਬਟ ਫਿਰ ਸਕੋਪ ਨੈਰੋ ਹੁੰਦਾ ਜਾਏਗਾ। ਕਾਲਜਿਸ ਅਗਰ 100 ਕਾਲਜ ਹੈ, ਅਗਰ ਬੱਚਾ 50% ਦੇ ਨਾਲ ਅਪੇਅਰ ਕਰ ਰਿਹਾ ਤੇ ਉਹਦੇ ਲਈ ਕਾਲਜ 30 ਰਹਿ ਜਾਣਗੇ। ਅਗਰ ਉਹ ਪਰਸੈਂਟੇਜ 60%, 70%, 80% ਲੈ ਕੇ ਜਾਏਗਾ ਤਾਂ ਉਹ 100 ਕਾਲਜ ਹੋ ਜਾਏਗਾ। ਤੇ ਇਹ ਐਲੀਜੀਬਿਲਿਟੀਆਂ ਜਿਹੜੀਆਂ ਬੱਚੇ ਨੂੰ ਖਾਸ ਕਰਕੇ ਕੈਨੇਡਾ ਸਟੱਡੀ ਵੀਜ਼ਾ ਦੇ ਲਈ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਮਨਵੀਰ ਸਿੰਘ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੈਪਟੈਂਬਰ ਇਨਟੇਕ ਫॉर ਕੈਨੇਡਾ ਸ਼ੁਰੂ ਹੋ ਚੁੱਕਾ ਹੈ। ਕਾਫੀ ਸਟੂਡੈਂਟਸ ਆਲਰੇਡੀ ਅਪਲਾਈ ਵੀ ਕਰ ਚੁੱਕੇ ਨੇ। ਸੋ ਜੇ ਤੁਸੀਂ ਵੀ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਨੂੰ, ਕਿਉਂਕਿ ਮਾਰਕੀਟ ਵਿੱਚ ਦ ਲੋਟ ਆਫ ਡਿਫਰੈਂਟ ਐਕਸਪਰਟਸ। ਮਾਈ ਰਿਕੁਐਸਟ ਟੂ ਯੂ ਇਜ਼ ਕਿ ਤੁਸੀਂ ਮਾਰਕੀਟ ਸਰਵੇ ਕਰੋ, ਲਿਸਨ। So please listen to everyone, talk to everyone, visits everyone, decide. You have to decide after consulting the experts. You can consult with your family, your friends, but experts की राय ज़रूर सुनो और act अपने हिसाब नाल करो। CT Group 25 साल मना रहा है अपने in education, so CT Global Education Services ਤੁਹਾਨੂੰ ਇਨਵਾਈਟ ਕਰਦਾ ਹੈ to visit us for free assessment। ਤੇ ਜਿਵੇਂ ਮੈਂ ਕਹਿਣਾ ਹੁੰਦਾ ਹੈ, listen, discuss and act. So please visit us for a fair and transparent advice. ਜੀ ਸਰ, ਕਈ ਵਾਰੀ ਹੁੰਦਾ ਕਿ ਬੱਚੇ ਦੀ ਐਲੀਜੀਬਿਲਿਟੀਜ਼ ਪੂਰੀ ਨਹੀਂ ਹੁੰਦੀ, ਬਟ ਬਹੁਤ ਸਾਰੇ ਜਿਹੜੇ ਹੈ ਫਾਈਲ ਲਗਾਉਣ ਲਈ ਤੁਰ ਜਾਂਦੇ ਨੇ। ਸਰ, ਇਸ ਦੇ ਨਾਲ ਹੀ ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਸਟੂਡੈਂਟ ਜਦੋਂ ਆਪਣੀ ਮਨਪਸੰਦ ਦੀ ਕੰਟਰੀ ਪਹੁੰਚ ਗਿਆ, ਕੈਨੇਡਾ ਪਹੁੰਚ ਗਿਆ, ਆਪਣੀ ਉਹਨੇ ਫਾਈਲ ਜਿਹੜੀ ਹੈ ਪ੍ਰੋਸੈਸਿੰਗ ਕਰਵਾ ਲਈ ਹੈ, ਹੁਣ ਉਹ ਪਹੁੰਚ ਚੁੱਕਾ ਹੈ। ਉੱਥੇ ਜਾ ਕੇ ਸਰ ਉਹ ਆਪਣੀ ਪੜ੍ਹਾਈ ਦੇ ਨਾਲ ਨਾਲ ਇੱਕ ਜੌਬ ਕਰਨਾ ਚਾਹੁੰਦਾ ਹੈ, ਪਾਰਟ ਟਾਈਮ ਜੌਬ, ਜਿਸ ਦੇ ਲੀਗਲੀ ਉਹ ਕਰ ਸਕਦਾ ਹੈ। ਤੇ ਸਰ ਉਸ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਜਿਹੜੀ ਹੈ ਮੁਸੀਬਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ, ਬਹੁਤ ਸਾਰੀ ਮੁਸ਼ਕਲਾਂ ਵੀ ਆਉਂਦੀਆਂ ਨੇ। ਕਈ ਵਾਰੀ ਜੌਬਸ ਨਹੀਂ ਮਿਲਦੀਆਂ ਜਾਂ ਬਹੁਤ ਸਾਰੇ ਬੱਚੇ ਪਿੱਛੋਂ ਵੀ ਫੰਡਸ ਮੰਗਾਉਂਦੇ ਨੇ, ਖਾਸ ਕਰਕੇ ਇਸ ਲਈ ਕਰਨਾ ਚਾਹੁੰਦੇ ਆ ਕਿ ਜੌਬਸ, ਤਾਂ ਕਿ ਆਪਣੀ ਜਿਹੜੀ ਸਟੱਡੀ ਦਾ ਖਰਚਾ ਵੀ ਕਰ ਸਕਣ। ਸਰ, ਉਸ ਜਗ੍ਹਾ ਦੇ ਉੱਤੇ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਉਹਨਾਂ ਦੀ ਕਿਵੇਂ ਬਾਂਹ ਫੜਦਾ ਹੈ ਉੱਥੇ ਜਾ ਕੇ? ਫਸਟ ਆਫ ਆਲ ਆਈ ਵੁੱਡ ਲਾਈਕ ਟੂ ਸੇ ਕਿ ਜਦੋਂ ਇੱਥੋਂ ਬੱਚੇ ਜਾਂਦੇ ਆ ਜੀ, ਉਹ ਬਹੁਤ ਯੰਗ ਹੁੰਦੇ ਆ। ਇਫ ਅ ਸਟੂਡੈਂਟ ਇਜ਼ ਡਨ +2 ਆਇਲਸ, 18-19 ਸਾਲ ਦਾ ਹੁੰਦਾ ਐਂਡ ਉੱਥੇ ਪਹੁੰਚ ਜਾਂਦਾ ਹੈ, ਫਿਰ ਉਹਦੀ ਐਕਸਪਲੋਟੇਸ਼ਨ ਵੀ ਹੁੰਦੀ ਹੈ। ਉਹਨੂੰ ਜੋ ਆਵਰਲੀ ਰੇਟ ਫਿਕਸਡ ਹੈ ਉੱਥੇ, ਉਸ ਤੋਂ ਕਾਫੀ ਘੱਟ ਰੇਟ ਤੇ ਵੀ ਕੰਮ ਕਰਨਾ ਪੈਂਦਾ ਹੈ। ਐਂਡ ਇਹਦੇ ਕਰਕੇ ਜਦੋਂ ਸਾਨੂੰ ਪ੍ਰੋਬਲਮਸ ਇਹ ਸਟੂਡੈਂਟ ਸਾਡੇ ਤੱਕ ਲੈ ਕੇ ਆਏ, ਅਸੀਂ ਸੋਚਿਆ ਕਿ ਅਸੀਂ ਉਹਨਾਂ ਨੂੰ ਇੱਥੋਂ ਹੀ ਜੀ, ਥਰੂ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਉਹਨਾਂ ਨੂੰ ਆਪਾਂ ਸਕਿੱਲ ਦੇ ਕੇ ਭੇਜੀਏ। ਔਰ ਸਭ ਤੋਂ ਜ਼ਿਆਦਾ ਜਿੱਦਾਂ ਉੱਥੇ ਜੌਬਸ ਹੈਗੀਆਂ ਕੰਸਟਰਕਸ਼ਨ ਦੇ ਵਿੱਚ, ਪਲੰਬਿੰਗ, ਕਾਰਪੈਂਟਰੀ, ਇਲੈਕਟ੍ਰੀਕਲਸ, ਐਂਡ ਦੈਨ ਹੋਟਲ ਮੈਨੇਜਮੈਂਟ ਦੇ ਵਿੱਚ ਹੈਗੀਆਂ। ਦੈਨ ਤੁਹਾਡੇ ਜਿਹੜੇ IT ਸੈਕਟਰ, ਜਿਹੜਾ ਬੇਸਿਕ ਇੱਕ ਐਕਸਲ ਹੁੰਦਾ ਹੈ, ਡੇਟਾ ਐਂਟਰੀਜ਼ ਬੱਚੇ ਨੂੰ ਨਹੀਂ ਆਉਂਦੀ ਹੁੰਦੀ, ਐਂਡ ਦੈਨ ਸੋ ਫੋਰਥ, ਬਹੁਤ ਓਪਰਚੁਨਿਟੀਜ਼ ਹੈਗੀਆਂ ਕੈਨੇਡਾ ਦੇ ਵਿੱਚ ਜਿਸ ਵਿੱਚ ਜਾ ਕੇ ਉਹਨੂੰ ਜੌਬ ਮਿਲ ਸਕਦੀ ਹੈ। ਇੱਥੋਂ ਅਸੀਂ ਸਿਟੀ ਯੂਨੀਵਰਸਿਟੀ ਤੋਂ ਆਇਲਸ ਪਲੱਸ ਇੱਕ ਪ੍ਰੋਗਰਾਮ ਹੈ ਜਿਹੜਾ ਸਿਰਫ ਸਿਟੀ ਗਰੁੱਪ ਇਹ ਲੈ ਕੇ ਆਇਆ ਹੈਗਾ। ਆਇਲਸ ਦੇ ਨਾਲ ਅਸੀਂ ਆਇਲਸ ਪਲੱਸ ਵੀ ਕਰਾਉਂਦੇ ਹਾਂ, ਜਿਸ ਵਿੱਚ ਅਸੀਂ ਉਹਨਾਂ ਨੂੰ ਇਹ ਸਕਿੱਲਸ ਦੇ ਵਿੱਚ 6 months ਦਾ ਸਰਟੀਫਿਕੇਟ ਕੋਰਸ ਦਿੰਦੇ ਆ। ਸਾਡੇ ਵਰਕਸ਼ਾਪ ਵਿੱਚ ਉਹ ਤਿਆਰ ਹੁੰਦੇ ਆ, ਹੈਂਡਸ ਔਨ ਪ੍ਰੈਕਟਿਸ ਟ੍ਰੇਨਿੰਗ ਹੁੰਦੀ ਹੈ। ਐਂਡ ਜਦੋਂ ਉਹ ਬਾਹਰ ਜਾਂਦੇ ਆ ਇਹ ਸਰਟੀਫਿਕੇਟ ਲੈ ਕੇ, ਉਹਨਾਂ ਨੂੰ ਇੱਕ ਤਾਂ ਆਵਰਲੀ ਮਿਨੀਮਮ ਰੇਟ ਤੋਂ ਵੱਧ ਵੀ ਡਾਲਰਸ ਮਿਲਦੇ ਆ ਔਰ ਉਹ ਆਪਣਾ ਖਰਚਾ ਆਪ ਕੱਢ ਸਕਦੇ ਆ ਔਰ ਉਹ ਐਕਸਪਲੋਇਟ ਵੀ ਨਹੀਂ ਹੁੰਦੇ ਔਰ ਉਹਨਾਂ ਦੀ ਨੌਲੇਜ ਵੀ ਵੱਧਦੀ ਹੈ ਔਰ ਉਹਨਾਂ ਦੇ ਕਈ ਕੋਰਸਿਸ, ਉਹਨਾਂ ਦੇ ਜਿਹੜੇ ਮੇਨ ਕੋਰਸਿਸ ਦੇ ਨਾਲ ਇਨਕਲਾਈਨ ਹੋ ਕੇ ਉਹਨਾਂ ਦੀ ਮੇਨ ਪੜ੍ਹਾਈ ਵਿੱਚ ਵੀ ਮਦਦ ਮਿਲਦੀ ਹੈ। ਜੀ, ਬਹੁਤ ਵਧੀਆ ਸਰ, ਜਿਹੜਾ ਕਿ ਸਿਟੀ ਗਰੁੱਪ ਜਿਹੜੇ ਕਿ ਇਸ ਫੈਸਿਲਿਟੀਜ਼ ਪ੍ਰੋਵਾਈਡ ਕਰ ਰਿਹਾ ਹੈ ਸਕਿੱਲ ਦੀ, ਕਿਉਂਕਿ ਸਰ ਬਾਹਰ ਜਾਣ ਲਈ ਬਹੁਤ ਸਾਰੇ ਬੱਚੇ ਹੁੰਦੇ ਜਿਹੜੇ +2 ਕਰਦੇ ਆ, ਆਰਟਸ ਕਰ ਲਿਆ ਔਰ ਚਲੋ ਬਾਹਰ ਚਲੇ ਗਏ, ਬਟ ਉਹਦੇ ਨਾਲ ਅਗਰ ਸਕਿੱਲ ਲੈ ਕੇ ਜਾਣਗੇ ਤੇ ਉੱਥੇ ਜਾ ਕੇ ਉਹਨਾਂ ਨੂੰ ਜਿਵੇਂ ਕਿ ਕੰਪਰੀਹੈਂਸਿਵ ਸਟੱਡੀ ਇੱਥੋਂ ਕਰਕੇ ਜਾਣੀ ਚਾਹੀਦੀ ਹੈ। ਔਰ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਬਹੁਤ ਜਲਦਬਾਜ਼ੀ 'ਚ ਬਾਹਰ ਨਾ ਜਾਓ। ਪੇਰੈਂਟਸ ਨੂੰ ਰਿਕੁਐਸਟ ਹੈ ਕਿ ਬਾਹਰ ਜਾਣ ਦੀ
ਕਾਹਲੀ ਸਾਰਿਆਂ ਨੂੰ ਹੈਗੀ ਹੈ, ਬਟ ਜਦੋਂ ਤੁਸੀਂ ਇੱਥੋਂ ਜਿਵੇਂ ਤਰੁਣ ਜੀ ਨੇ ਦੱਸਿਆ ਚੰਗੇ ਬੈਂਡ +2 ਚੰਗੇ ਨੰਬਰ ਨਾਲ ਇੱਕ ਸਕਿੱਲ ਲੈ ਕੇ ਜਾਂਦੇ ਹੋ ਜੀ। ਤੇ ਉੱਥੇ ਜਾ ਕੇ ਤੁਹਾਡੀ ਡਿਗਰੀ ਤੇ ਤੁਹਾਡੇ ਨੈਕਸਟ 3-4 ਇਅਰਸ ਥੋੜੇ ਸੁਖਾਲੇ ਹੋ ਜਾਣਗੇ। ਇਹਦੇ ਬਿਲਕੁਲ ਵਿੱਚ ਹੀ ਮੈਡਮ ਮੈਂ ਇੱਕ ਲਾਈਨ ਐਡ ਕਰ ਦਿੰਦਾ ਜੀ ਹਾਂ, ਸਰ। ਜਿਸ ਤਰ੍ਹਾਂ ਸਰ ਨੇ ਕਿਹਾ ਕਿ ਅਗਰ ਬੱਚੇ ਨੂੰ ਮਿਨੀਮਮ ਜਿਹੜੀ ਉੱਥੇ ਦੀ ਆਪਣੀ ਪੇ ਸਕੇਲ ਹੈ ਉਹਦੇ ਤੋਂ ਇੱਕ ਵੱਧ ਸਕੇਲ ਮਿਲਦਾ, ਉਹਦੀ ਕੈਲਕੂਲੇਸ਼ਨ ਬੜੀ ਆਸਾਨ ਹੈ ਮੈਡਮ। ਜੀ। ਜੇ ਅਸੀਂ ਗੱਲ ਕਰਦੇ ਹਾਂ 20 ਘੰਟੇ ਇੱਕ ਬੱਚੇ ਨੂੰ ਜੌਬ ਕਰਨ ਦੇ ਲਈ ਉੱਥੇ ਪਰਮਿਸ਼ਨ ਮਿਲਦੀ ਹੈ ਡਿਊਰਿੰਗ ਸਟੱਡੀਜ਼। ਜੀ ਸਰ। 20 ਘੰਟੇ ਦੇ ਹਿਸਾਬ ਨਾਲ ਮੈਡਮ ਅਗਰ ਬੱਚਾ ਇੱਥੋਂ ਸਕਿੱਲ ਲੈ ਕੇ ਗਿਆ, ਮੈਂ ਇਹ ਨਹੀਂ ਕਹਿ ਰਿਹਾ ਕਿ ਬਹੁਤ ਜ਼ਿਆਦਾ ਵੱਡੀ ਸਕਿੱਲ ਲੈ ਕੇ ਜਾ ਰਿਹਾ, ਇੱਕ ਬੇਸਿਕ ਸਕਿੱਲਸ ਲੈ ਕੇ ਜਾ ਰਿਹਾ, ਇੱਕ ਅਸੀਂ ਐਂਟਰਪ੍ਰੈਨਿਓਰ ਦੀ ਤਰ੍ਹਾਂ ਸੋਚੀਏ ਕਿ ਅਗਰ ਮੈਂ ਕਿਸੇ ਬੱਚੇ ਨੂੰ ਜੌਬ ਦੇਣੀ ਹੈ ਤੇ ਮੈਂ ਉਸ ਬੱਚੇ ਨੂੰ ਜੌਬ ਪ੍ਰੈਫਰ ਕਰਾਂਗਾ ਜਿਹਦੇ ਕੋਲ ਥੋੜੀ ਜਿਹੀ ਸਕਿੱਲ ਹੈ ਰਾਦਰ ਦਨ ਉਸ ਬੱਚੇ ਨਾਲ ਜਿਹਦੇ ਕੋਲ ਬਿਲਕੁਲ ਸਕਿੱਲ ਨਹੀਂ ਹੈ। ਅਗਰ ਮੈਂ ਮੰਨ ਕੇ ਚੱਲਦਾ ਮੈਮ ਪੂਰੇ ਕੈਨੇਡਾ ਦੇ ਅੰਦਰ ਬੱਚਾ ਸਭ ਤੋਂ ਪਪੂਲਰ ਓਨਟਾਰੀਓ ਰੀਜਨ ਹੈ ਜਿਹਦੇ ਅੰਦਰ ਮੈਕਸਿਮਮ ਬੱਚਾ ਕੈਨੇਡਾ ਦੇ ਅੰਦਰ ਜਾਂਦਾ, ਤੇ ਅਸੀਂ ਉੱਥੇ ਗੱਲ ਕਰਦੇ ਹਾਂ ਮਿਨੀਮਮ ਵੇਜਿਸ ਜਿਹੜੇ ਨੇ $12 ਪਰ ਆਰ ਦੇ ਹਿਸਾਬ ਨਾਲ ਚੱਲ ਰਹੇ ਆ। 20 ਘੰਟੇ ਮੈਮ ਉਹ ਕੰਮ ਕਰ ਰਿਹਾ, 20 ਨੂੰ ਅਸੀਂ 12 ਨਾਲ ਮਲਟੀਪਲਾਈ ਕਰ ਦਿੰਦੇ ਆ ਤਾਂ $240 ਉਹਦੇ ਇੱਕ ਹਫਤੇ ਦੇ ਪਰ ਬਣਦੇ ਵੀਕ ਮਿਲਦੇ ਆ। ਜੀ। ਠੀਕ ਹੈ ਜੀ। ਅਗਰ ਇਹਨੂੰ ਅਸੀਂ ਮਹੀਨੇ ਦੇ ਨਾਲ ਕੈਲਕੂਲੇਟ ਕਰਦੇ ਆ ਤੇ $960 ਦੇ ਕਰੀਬ ਜਿਹੜੀ ਉਹਦੀ ਇਨਕਮ ਬਣ ਜਾਂਦੀ ਹੈ। ਅਗਰ ਅਸੀਂ ਕੈਨੇਡਾ ਦੀ ਐਵਰੇਜ ਨਿਕਾਲਦੇ ਆ ਕਿ ਇੱਕ ਸਟੂਡੈਂਟ ਕਿੰਨੇ ਪੈਸੇ ਖਰਚ ਕਰ ਸਕਦਾ ਹੈ ਤਾਂ $800 $850 ਦੇ ਕਰੀਬ ਆਉਂਦਾ ਹੈ। ਸਿਰਫ ਇੱਥੇ ਧਿਆਨ ਦੇਣ ਵਾਲੀ ਗੱਲ ਜਿਹੜੀ ਇਹ ਹੈ ਕਿ ਜਦੋਂ ਪੇਰੈਂਟਸ ਨੇ ਆਪਣੇ ਬੱਚੇ ਨੂੰ ਭੇਜਣਾ ਹੈ ਤੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਕਿੱਲ ਕਰਨ ਦੇ ਨਾਲ ਉਹਨੂੰ ਜਿਹੜਾ ਉੱਥੋਂ ਦਾ ਖਰਚਾ ਬੱਚਾ ਆਪਣਾ ਕਿਸ ਤਰ੍ਹਾਂ ਹੈਂਡਲ ਕਰ ਸਕਦਾ ਹੈ। ਜੀ ਸਰ। ਤੇ ਉਹਦੇ ਨਾਲ ਇਹ ਸਕਿੱਲਸ ਜਿਹੜੀਆਂ ਸਰ ਨੇ ਮੈਂਸ਼ਨ ਕੀਤੀਆਂ IELTS+ ਜਿਹੜਾ ਟ੍ਰੇਡਮਾਰਕ ਹੈ ਸਿਟੀ ਯੂਨੀਵਰਸਿਟੀ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਦੇ, ਵੀ ਆਰ ਦਾ ਫਰਸਟ ਵਨ ਟੂ ਸਟਾਰਟ ਦਿਸ ਪ੍ਰੋਗਰਾਮ। ਜੀ ਬਹੁਤ ਠੀਕ ਹੈ, ਵਧੀਆ ਸਰ। ਹੋ ਸਕਦਾ ਆਉਣ ਵਾਲੇ ਟਾਈਮ ਦੇ ਅੰਦਰ ਬਾਕੀ ਵੀ ਇਸ ਤਰ੍ਹਾਂ ਦੇ ਇਨੀਸ਼ੀਏਟਿਵਸ ਲੈਣ ਤੇ ਬਟ ਇਹ ਪ੍ਰੋਗਰਾਮ ਜਿਹੜਾ ਇੱਕ ਐਜੂਕੇਸ਼ਨਿਸਟ ਇੱਕ ਮੈਂਟਰ ਹੀ ਸੋਚ ਸਕਦਾ ਸੀ, ਜੋ ਕਿ ਸਰ ਦੀ ਗਾਈਡੈਂਸ ਦੇ ਅੰਦਰ ਸਾਡੇ ਚੇਅਰਮੈਨ ਸਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੀ ਸੋਚ ਦਾ ਨਤੀਜਾ ਹੈ ਕਿ ਜਿਹੜਾ IELTS+ ਪ੍ਰੋਗਰਾਮ ਅਸੀਂ ਲਾਂਚ ਕੀਤਾ। ਜੀ ਬਹੁਤ ਵਧੀਆ ਸਰ, ਬਹੁਤ ਵਧੀਆ ਸੋਚ ਨਾਲ ਕਿ ਬੱਚਾ +1 +2 ਦੇ ਨਾਲ ਇੱਕ ਆਪਣਾ ਹੁਨਰ ਵੀ ਨਾਲ ਇੱਥੋਂ ਲੈ ਕੇ ਬਾਹਰ ਜਾਂਦਾ ਹੈ। ਬਿਲਕੁਲ, ਬਿਲਕੁਲ। ਕਿਉਂਕਿ ਸਰ ਹੁਨਰ ਤੋਂ ਬਿਨਾ, ਜੇਕਰ ਹੁਨਰ ਹੈ ਸਾਡੇ ਕੋਲ ਤੇ ਅਸੀਂ ਕਿਤੇ ਵੀ ਬੱਚਾ ਮਾਤ ਨਹੀਂ ਖਾ ਸਕਦੇ। ਐਬਸੋਲੂਟਲੀ ਜੀ ਸਰ ਕਈ ਵਾਰੀ ਕੀ ਹੁੰਦਾ ਹੈ ਬੱਚੇ ਨੇ ਆਪਣੀ ਪ੍ਰੋਸੈਸਿੰਗ ਲਗਾਈ +2 ਤੋਂ ਬਾਅਦ ਬਹੁਤ ਜਲਦਬਾਜ਼ੀ ਦੇ ਵਿੱਚ ਕਈ ਵਾਰੀ ਬੱਚਾ ਹੈ ਆਪਣੀ ਜਿਹੜੀ ਹੈ ਵੀਜ਼ਾ ਫਾਈਲ ਲਗਾਣੀ ਸ਼ੁਰੂ ਕਰ ਦਿੰਦਾ ਤੇ ਕਈ ਵਾਰ ਉਹਨਾਂ ਨੂੰ ਆਪਣੀ ਜਿਹੜੀ ਰਿਫਿਊਜ਼ਲ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ, ਜਿਸ ਦੇ ਵਿੱਚ ਉਹ ਬਹੁਤ ਹੀ ਹਤਾਸ਼ ਹੋ ਜਾਂਦੇ ਨੇ। ਤੇ ਸਰ ਇਸ ਜਗ੍ਹਾ ਦੇ ਉੱਤੇ ਉਹ ਕੀ ਤੁਸੀਂ ਸੁਝਾਅ ਦੇਣਾ ਚਾਹੋਗੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਰਿਫਿਊਜ਼ਲ ਆ ਜਾਂਦੀ ਹੈ ਕਈ ਵਾਰ? ਦੇਖੋ ਇਸ ਦਾ ਤਾਂ ਪਹਿਲਾਂ ਸਰ ਨੇ ਹੀ ਬਹੁਤ ਵਧੀਆ ਇੱਕ ਗੱਲ ਕਹੀ, ਜੇਕਰ ਤੁਸੀਂ ਸਾਰਿਆਂ ਨੇ ਧਿਆਨ ਦਿੱਤਾ ਕਿ ਪੇਰੈਂਟਸ ਨੂੰ ਰਿਕੁਐਸਟ ਹੈ ਕਿ ਕਦੀ ਵੀ ਜਲਦਬਾਜ਼ੀ 'ਚ ਇਹ ਡਿਸੀਜਨ ਨਾ ਲੈਣ, ਕਿਉਂਕਿ ਬਹੁਤ ਵੱਡਾ ਡਿਸੀਜਨ ਹੋਣ ਵਾਲਾ ਉਹਨਾਂ ਦੀ ਲਾਈਫ ਦਾ, ਇੱਕ ਲਾਈਫ ਚੇਂਜਿੰਗ ਡਿਸੀਜਨ ਹੈ ਤੇ ਇਹਦੇ ਲਈ ਥੋੜਾ ਟਾਈਮ ਇਨਵੈਸਟਮੈਂਟ ਬਹੁਤ ਜ਼ਰੂਰੀ ਹੈ। ਤੇ ਬਟ ਫਿਰ ਵੀ ਚਲੋ ਕਿਸੇ ਵਜ੍ਹਾ ਕਰਕੇ, ਕਿਉਂਕਿ ਐਨ ਨੰਬਰ ਆਫ ਰੀਜ਼ਨਸ ਹੈ ਜਿਨ੍ਹਾਂ ਕਰਕੇ ਬੱਚੇ ਦੀ ਫਾਈਲ ਦੇ ਰਿਜੈਕਸ਼ਨ ਆ ਜਾਂਦੀਆਂ ਨੇ, ਤੇ ਉਹਨਾਂ ਲਈ ਸੁਜੈਸ਼ਨ ਇਹੀ ਹੈ ਕਿ ਹਤਾਸ਼ ਹੋਣ ਦੀ ਲੋੜ ਨਹੀਂ ਹੈ। ਕੈਨੇਡਾ ਤੁਹਾਨੂੰ ਹਮੇਸ਼ਾ ਇੱਕ ਆਪਸ਼ਨਸ ਦਿੰਦਾ ਹੈ ਕਿ ਤੁਸੀਂ ਆਪਣੀ ਫਾਈਲ ਨੂੰ ਦੁਬਾਰਾ ਪ੍ਰੈਜ਼ੈਂਟ ਕਰ ਸਕਦੇ ਹੋ। ਪ੍ਰੈਜ਼ੈਂਟ ਕਰਨ ਦੇ ਲਈ ਫਾਈਲ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਮੈਮ ਕਿ ਤੁਸੀਂ ਪਹਿਲਾਂ ਉਹਨਾਂ ਰੀਜ਼ਨਸ ਨੂੰ ਸਟੱਡੀ ਕਰੋ ਕਿ ਇੱਕ ਅੰਬੈਸੀ ਦੇ ਅੰਦਰੋਂ ਅਗਰ ਤੁਹਾਡੀ ਫਾਈਲ ਰਿਜੈਕਟ ਹੋ ਕੇ ਆ ਰਹੀ ਹੈ ਉਹਦਾ ਮੇਨ ਰੀਜ਼ਨ ਕੀ ਹੈ, ਕਿ ਤੁਹਾਡੀ ਐਲੀਜੀਬਿਲਿਟੀ ਪੂਰੀ ਸੀ, ਕਿ ਤੁਹਾਡੀ ਲੈਂਗੁਏਜ ਐਲੀਜੀਬਿਲਿਟੀ ਪੂਰੀ ਸੀ, ਤੁਹਾਡਾ ਕੋਰਸ ਤੁਹਾਡੀ ਸਟੱਡੀ ਦੇ ਨਾਲ ਰਿਲੇਟਿਵਡ ਹੈ ਜਾਂ ਨਹੀਂ ਹੈ। ਇਹਦੀ ਐਗਜ਼ਾਮਪਲਸ ਮੈਮ 2 ਐਗਜ਼ਾਮਪਲਸ ਮੇਰੇ ਕੋਲ ਰੀਸੈਂਟਲੀ ਆਪਾਂ ਇਹਨਾਂ ਉੱਤੇ ਕੰਮ ਕੀਤਾ ਬੱਚਿਆਂ ਦੇ, ਉਹਨਾਂ ਦੇ ਵੀਜ਼ਾਸ ਵੀ ਆ ਗਏ ਨੇ, ਬੱਚੇ ਜਾ ਰਹੇ ਨੇ ਆਪਣੇ ਮਈ ਇਨਟੇਕ ਦੇ ਲਈ ਬੱਚੇ ਵੀ ਜਾ ਰਹੇ ਨੇ। ਮੈਮ ਇੱਕ ਬੱਚਾ ਸੀ, ਉਸ ਬੱਚੇ ਨੇ ਆਪਣੀ +2 ਆਰਟਸ ਦੇ ਅੰਦਰ ਕੀਤੀ ਸੀ, ਉਸ ਬੱਚੇ ਨੇ ਕਿਸੇ ਕੋਲੋਂ ਫਾਈਲ ਲਗਵਾਈ, ਉਸ ਬੱਚੇ ਨੂੰ ਪ੍ਰੋਗਰਾਮ ਦਿੱਤਾ ਗਿਆ ਜੀ ਕਲੈਰੀਕਲ ਹੈਲਥ ਡਿਪਾਰਟਮੈਂਟ ਦੇ ਅੰਦਰ, ਠੀਕ ਹੈ, ਡਿਪਲੋਮਾ ਪ੍ਰੋਗਰਾਮ ਸੀ। ਬੱਚਾ ਬੇਸਿਕ ਐਲੀਜੀਬਿਲਿਟੀ ਪੂਰੀ ਸੀ, ਬੱਚੇ ਦੀ ਨੰਬਰ ਪੂਰੇ ਸੀ, ਬੱਚੇ ਨੂੰ ਮੈਥਸ ਦੀ ਰਿਕੁਆਇਰਮੈਂਟ ਨਹੀਂ ਸੀ, IELTS ਦੀ ਉਹਦੀ ਰਿਕੁਆਇਰਮੈਂਟ ਪੂਰੀ ਸੀ। ਬਟ ਜਦੋਂ ਇੱਕ SOP ਸਟੇਟਮੈਂਟ ਆਫ ਪਰਪਸ ਜਦੋਂ ਉਹਦਾ ਰਾਈਟ ਕੀਤਾ, ਜਿਹੜਾ ਕਿ ਮੈਂ ਪੜ੍ਹਿਆ ਉਸ ਬੱਚੇ ਦਾ, ਉਹਦੇ 'ਚ ਲਿਖਿਆ ਗਿਆ ਹੋਇਆ ਸੀ ਕਿ ਇਸ ਬੱਚੇ ਨੇ ਹੈਲਥ ਰਿਲੇਟਿਡ ਕੋਰਸਿਸ ਆਪਣੀ ਡਿਗਰੀ 'ਚ ਪੜ੍ਹੇ ਨੇ। ਇੱਕ ਹਿਊਮੈਨਿਟੀਜ਼ ਦੇ ਬੱਚੇ ਨੇ ਹੈਲਥ ਰਿਲੇਟਿਡ ਪ੍ਰੋਗਰਾਮ ਤਾਂ ਪੜ੍ਹੇ ਨਹੀਂ। ਠੀਕ ਹੈ, ਇਹ ਫਾਈਲ ਦੇ ਵਿੱਚ ਗਲਤੀ ਸੀ ਜਿਹਦੇ ਕਰਕੇ ਉਹਦੀ ਰਿਜੈਕਸ਼ਨ ਲੱਗੀ। ਕਲੌਜ਼ ਲਿਖਿਆ ਗਿਆ ਕਿ ਜਿਹੜੀ ਤੁਹਾਡਾ ਪ੍ਰੋਗਰਾਮ ਹੈ ਤੁਹਾਡੀ ਸਟੱਡੀ ਦੇ ਨਾਲ ਕੋਰਿਲੇਟ ਨਹੀਂ ਕਰ ਰਿਹਾ। ਦੂਸਰਾ ਇੱਕ ਹੋਰ ਬਹੁਤ ਵਧੀਆ ਕੇਸ ਸੀ ਮੈਮ, ਉਹ ਬੱਚੇ ਦਾ ਰਿਜੈਕਟ ਹੋਇਆ ਕਿਸੇ ਛੋਟੀ ਜਿਹੀ ਗਲਤੀ ਕਰਕੇ। ਬੱਚਾ ਇੱਥੋਂ ਮਾਸਟਰ ਪ੍ਰੋਗਰਾਮ ਕਰ ਚੁੱਕਾ ਹੋਇਆ, MBA ਉਸ ਬੱਚੇ ਨੇ ਕੀਤੀ ਹੋਈ ਸੀ, 70% ਉਹਦੇ ਨੰਬਰ ਸੀ, IELTS ਦੇ ਵਿੱਚ ਨਾਟ ਲੈਸ ਦੈਨ 6.5 ਉਹਦੇ ਨੰਬਰ ਸੀ, ਸਾਰਾ ਕੁਝ ਠੀਕ ਸੀ, ਫੰਡਸ ਉਹਦੇ ਅੱਛੇ ਸੀ, ਪੇਰੈਂਟਸ ਉਹਦੇ ਗਵਰਨਮੈਂਟ ਜੌਬ ਕਰ ਰਹੇ ਸੀ, FDs ਉਹਨਾਂ ਕੋਲ ਸੀ, ਆਪਣਾ ਫੰਡਸ ਅੱਛੇ, ਮਤਲਬ ਅੱਛੀ ਵੈਲ ਟੂ ਡੂ ਫੈਮਿਲੀ ਦੇ ਨਾਲ ਸੀ ਬੱਚਾ। ਗਲਤੀ ਉਹਦੇ 'ਚ ਕੀ ਹੋਈ ਹੈ, ਪ੍ਰੋਗਰਾਮ ਸਿਲੈਕਸ਼ਨ ਦੇ ਅੰਦਰ। ਪ੍ਰੋਗਰਾਮ ਉਹਨੂੰ ਸਿਲੈਕਟ ਕਰਾਇਆ ਗਿਆ अर्ਲੀ ਚਾਈਲਡਹੁੱਡ ਐਜੂਕੇਸ਼ਨ, ਠੀਕ ਹੈ, ਉਹ ਡਿਪਲੋਮਾ ਪ੍ਰੋਗਰਾਮ ਇੱਕ MBA ਲੈਵਲ ਦੇ ਬੱਚੇ ਨੂੰ ਜਿਹੜਾ ਆਲਰੇਡੀ ਇੱਥੋਂ ਮਾਸਟਰਸ ਕਰ ਚੁੱਕਾ, ਉਹ ਡਿਪਲੋਮਾ ਪ੍ਰੋਗਰਾਮ ਕਰਨ ਜਾ ਰਿਹਾ ਜਿਹੜਾ ਕਿ ਉਹਦੀ ਸਟੱਡੀ ਦੇ ਨਾਲ ਰਿਲੇਟਿਡ ਹੀ ਨਹੀਂ ਹੈ। ਤਾਂ ਅੰਬੈਸੀ ਉਹਨੂੰ ਕਿਉਂ ਦੇਗੀ? ਇੰਟੈਂਸ਼ਨਸ ਨਾਟ ਕਲੀਅਰ। ਅੰਬੈਸੀ ਕਹੇਗੀ ਇਹ ਬੱਚਾ ਸਾਡੇ ਕੋਲ ਪੜ੍ਹਨ ਲਈ ਆ ਹੀ ਨਹੀਂ ਰਿਹਾ,
ਤੇ ਇਹ ਸਭ ਤੋਂ ਬਹੁਤ ਜ਼ਰੂਰੀ ਹੈ ਕਿ ਪੇਰੈਂਟਸ ਤੇ ਬੱਚਿਆਂ ਦਾ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਅਸੀਂ ਫਾਈਲ ਸਟੱਡੀ ਵੀਜ਼ਾ ਦੇ ਲਈ ਅੰਬੈਸ ਕਰਦੇ ਹਾਂ ਜਾਂ ਪ੍ਰੋਸੈਸ ਕਰਵਾਉਂਦੇ ਹਾਂ, ਅੰਬੈਸੀ ਹਮੇਸ਼ਾ ਇੱਕ ਪੁਆਇੰਟ ਦੇ ਉੱਪਰ ਹੀ ਵੀਜ਼ਾ ਦਿੰਦੀ ਹੈ ਕਿ ਬੱਚਾ ਇੱਥੇ ਪੜ੍ਹਨ ਆ ਰਿਹਾ, ਜੀ। ਪੜ੍ਹ ਕੇ ਵਾਪਸ ਆਪਣੀ ਕੰਟਰੀ 'ਚ ਜਾ ਵਾਪਿਸ ਕੇ ਭੇਜਣਾ। ਡਿਵੈਲਪਮੈਂਟ ਕਰੇਗਾ, ਜੀ, ਨਾ ਕਿ ਇੱਥੇ ਰਹਿ ਕੇ ਪੀਆਰ। ਇਹ ਤਾਂ ਇੱਕ ਐਕਸਟਰਾ ਫੈਸਿਲਿਟੀਜ਼ ਹੈ ਜਿਹੜੀਆਂ ਕੰਟਰੀਆਂ ਪ੍ਰੋਵਾਈਡ ਕਰਦੀਆਂ, ਜੀ। ਤੇ ਇਹ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ because motive of your visa is study visa. ਸੋ ਸਰ ਇਹਦਾ ਮਤਲਬ ਹੈ ਕਿ ਬਹੁਤ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ, ਕਿਉਂਕਿ ਬਹੁਤ ਜਲਦਬਾਜ਼ੀ ਦੇ ਵਿੱਚ ਅਸੀਂ ਆਪਣੀ ਫਾਈਲ ਨੂੰ ਜਿਹੜੀ ਚੰਗੀ ਤਰ੍ਹਾਂ ਨਾਲ ਪੜ੍ਹ ਨਹੀਂ ਪਾਉਂਦੇ। ਸੋ ਵਧੀਆ ਤੋਂ ਵਧੀਆ ਕੰਸਲਟੈਂਟ ਨਾਲ ਹੀ ਕੰਸਲਟ ਕਰਨਾ ਚਾਹੀਦਾ ਹੈ ਕਦੀ ਵੀ ਆਪਣੀ ਜਿਹੜੀ ਹੈ ਫਾਈਲ ਲਗਾਉਣ ਵੇਲੇ, ਕਿਉਂਕਿ ਇਹ ਇੱਕ ਜ਼ਿੰਦਗੀ ਦਾ ਇੱਕ ਜਿਹੜਾ ਸਵਾਲ ਹੋ ਜਾਂਦਾ ਹੈ, ਕਿਉਂਕਿ ਇਸ ਦੇ ਵਿੱਚ ਸਾਡਾ ਟਾਈਮ ਵੀ ਬਹੁਤ ਵੇਸਟ ਹੋ ਜਾਂਦਾ ਹੈ ਕਈ ਵਾਰ ਜੀ। ਰਿਫਿਊਜ਼ਲ ਦੇ ਨਾਲ, ਔਰ ਬੱਚਾ ਵਿੱਚ ਰਹਿ ਜਾਂਦਾ ਹੈ। ਕਿਉਂਕਿ ਸਾਡੇ ਇੱਥੇ ਤਾਂ ਸਰ ਸਾਲ ਦੇ ਸ਼ੁਰੂ ਵਿੱਚ ਸਟੱਡੀ ਸ਼ੁਰੂ ਹੁੰਦੀ ਹੈ ਤੇ ਉਹਦਾ ਇੱਕ ਟਾਈਮ ਪੀਰੀਅਡ ਜੀ, ਹੁੰਦਾ ਹੈ, ਵਿੱਚ ਕੋਈ ਗੈਪ ਕਵਰ ਕਰਨ ਲਈ ਕੋਈ ਉਹ ਪ੍ਰੋਗਰਾਮ ਨਹੀਂ ਬਣ ਪਾਉਂਦਾ। ਸੋ ਸਰ ਜਿੱਦਾਂ ਇੱਕ ਸਿਟੀ ਗਰੁੱਪ ਇੱਕ ਬਹੁਤ ਵੱਡਾ ਨਾਮ 25 ਸਾਲਾਂ ਦੀ ਲੈਗੇਸੀ ਦੇ ਨਾਲ, ਜਿਨ੍ਹਾਂ ਨੇ ਇੱਕ 25 ਸਾਲ ਦੀ ਵਿਰਾਸਤ ਆਪਣੇ ਕੋਲ ਸੰਭਾਲੀ ਹੈ ਐਜੂਕੇਸ਼ਨ ਨਾਲ ਰਿਲੇਟਡ। ਜੀ। ਉਹਨੇ 2 ਕਾਲਜਿਸ ਯੂਨੀਵਰਸਿਟੀ ਨੂੰ ਇੱਕ ਚਲਾ ਰਿਹਾ ਹੈ, ਜੀ। ਕਾਫੀ ਸਾਰੇ ਸਟੂਡੈਂਟਸ ਵੀ ਨੇ ਤੁਹਾਡੇ ਹੱਥੋਂ ਨਿਕਲ ਕੇ ਜਾ ਰਹੇ ਨੇ। ਜੀ। ਸਰ ਇੱਕ ਇਹ ਸਿਟੀ ਗਲੋਬਲ ਐਜੂਕੇਸ਼ਨ ਦਾ ਜਿਹੜਾ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਆ ਗਿਆ ਕਿ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਖੋਲਣੀ ਹੈ, ਔਰ ਇਹਨੂੰ ਜਿਹਨੂੰ ਕਿ ਅੱਜ 1 ਸਾਲ ਤੋਂ ਉੱਪਰ ਹੋ ਗਿਆ ਜੀ, ਹੈ ਜੀ, ਟਾਈਮ, ਜੀ। ਇਸ ਦਾ ਕਿਵੇਂ ਝੁਕਾਅ ਬਣਿਆ ਤੁਹਾਡਾ? ਪਹਿਲਾਂ ਤਾਂ ਮੈਂ ਦੱਸਦਾ ਜੀ, ਸਾਨੂੰ 1997 ਵਿੱਚ ਸਿਟੀ ਪਬਲਿਕ ਸਕੂਲ ਸ਼ੁਰੂ ਹੋਇਆ ਤੇ ਅੱਜ ਸਾਨੂੰ 25 ਸਾਲ ਹੋ ਗਏ ਹੈ। ਜੀ। 2 ਇੰਟਰਨੈਸ਼ਨਲ ਸਕੂਲਸ, 17 ਕਾਲਜ ਤੇ ਇੱਕ ਯੂਨੀਵਰਸਿਟੀ ਲੁਧਿਆਣੇ ਚੱਲ ਰਹੀ ਹੈ। 10,000 ਬੱਚਾ ਇਸ ਟਾਈਮ ਪੜ੍ਹ ਰਿਹਾ ਔਰ ਲੈਕਸ ਆਫ ਐਲੂਮਨਾਈਜ਼ ਅਕ੍ਰੋਸ ਦ ਵਰਲਡ ਸਾਡੇ ਕੰਮ ਕਰ ਰਹੇ ਹੈ ਰਿਪਿਊਟਡ ਆਰਗੇਨਾਈਜੇਸ਼ਨਸ ਦੇ ਵਿੱਚ। ਆਮ ਹੈਪੀ ਐਂਡ ਵੈਰੀ ਸੈਟੀਸਫਾਈਡ ਕਿ ਸਿਟੀ ਗਰੁੱਪ ਨੇ ਅੱਜ ਅੱਛਾ ਮੁਕਾਮ ਐਜੂਕੇਸ਼ਨ 'ਚ ਪ੍ਰਾਪਤ ਜੀ। ਕੀਤਾ ਹੈ। ਸਿਟੀ ਗਲੋਬਲ ਦਾ ਗਠਨ ਇਸ ਕਰਕੇ ਹੋਇਆ, ਰੀਸੈਂਟਲੀ ਸਾਡੇ ਕੋਲ ਕਾਫੀ ਸਟੂਡੈਂਟਸ ਐਂਡ ਪੇਰੈਂਟਸ ਆਉਂਦੇ ਸੀਗੇ ਕਿ ਅਸੀਂ ਬਾਹਰ ਜਾਣਾ ਚਾਹੁੰਦੇ ਹਾਂ, ਜੀ। ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਹਾਂ, ਬਟ ਸਾਨੂੰ ਰਾਈਟ ਗਾਈਡੈਂਸ ਨਹੀਂ ਮਿਲ ਰਹੀ ਔਰ ਫਰਾਡ ਬਹੁਤ ਹੈ ਮਾਰਕੀਟ ਵਿੱਚ। ਪੈਸੇ ਲੈ ਲੈਂਦੇ ਆ, ਫਿਰ ਉਹ ਵੀਜ਼ਾ ਨਹੀਂ ਲੱਗਦੇ, ਆਂਦੇ ਰਨ ਅਵੇ। ਸੋ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਚੰਗੇ ਕਿਸੇ ਕੰਸਲਟੈਂਟ ਤੋਂ ਜਾਓ, ਬਟ ਜਦੋਂ ਹਰਾਸ ਹੁੰਦੇ ਸੀਗੇ ਜਾਂ ਵੀਜ਼ਾ ਰਿਜੈਕਟ ਹੁੰਦਾ ਸੀਗਾ ਜੀ। ਕਿ 5 ਬੈਂਡ ਨਾਲ ਤੁਸੀਂ ਬਾਹਰ ਕਿੱਦਾਂ ਭੇਜ ਸਕਦੇ ਹੋ, ਹਾਊ ਕੈਨ ਯੂ ਐਡਵਰਟਾਈਜ਼ ਕਿ ਤੁਸੀਂ 5 ਬੈਂਡ ਨਾਲ ਜਾਂ ਗਲਤ ਕੋਰਸ ਸਿਲੈਕਸ਼ਨ ਨਾਲ ਤੁਸੀਂ ਬਾਹਰ ਨਹੀਂ ਜਾ ਸਕਦੇ। ਸੋ ਸਿਟੀ ਗਰੁੱਪ ਨੇ ਸੋਚਿਆ ਇੱਕ ਸੇਵਾ ਭਾਵਨਾ, ਇੱਕ ਗਾਈਡੈਂਸ, ਕਿਉਂਕਿ ਸਾਨੂੰ 25 ਸਾਲ ਹੋਏ ਸੀ ਕਿ ਸਾਡਾ ਇੱਕ ਸੋਸਾਇਟੀ ਪ੍ਰਤੀ ਇੱਕ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਸਹੀ ਗਾਈਡ ਕਰੀਏ। ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਲਾਸਟ ਈਅਰ ਸਟਾਰਟ ਕੀਤਾ, ਅੱਜ 1 ਸਾਲ ਹੋ ਗਿਆ ਹੈ ਔਰ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਹੈ। ਜੀ। ਸਪੈਸ਼ਲੀ ਜਿਹੜੇ ਸਟੂਡੈਂਟਸ ਹੈਗੇ ਸਿਟੀ ਗਰੁੱਪ ਤੋਂ, ਵੇਰੀਅਸ ਸਾਡੇ ਸਕੂਲਸ ਦੇ, ਕਾਲਜਸ ਦੇ, ਯੂਨੀਵਰਸਿਟੀਜ਼ ਦੇ ਬੱਚੇ ਸਾਡੇ ਥਰੂ ਆਇਲਸ ਵੀ ਕਰ ਰਹੇ ਹਨ, ਬਾਹਰ ਵੀ ਜਾ ਰਹੇ ਹਨ। ਮੋਟਿਵ ਇਹ ਸੀਗਾ ਕਿ ਸਿਟੀ ਯੂਨੀਵਰਸਿਟੀ, ਸਿਟੀ ਗਰੁੱਪ ਇੱਕ ਇੰਨਾ ਵੱਡਾ ਨਾਂ ਹੈ ਕਿ ਕਦੀ ਤੁਹਾਡੇ ਨਾਲ ਗਲਤ ਨਹੀਂ ਕਰੇਗਾ, ਨਾ ਗਲਤ ਹੋਣ ਦੇਗਾ। ਸੋ ਪਲੀਜ਼ ਕਿਸੇ ਕੋਲੋਂ ਵੀ ਆਪਣੀ ਫਾਈਲ ਲਗਾਓ, ਬਟ ਮੇਕ ਸ਼ੋਰ ਕਿ ਤੁਹਾਡਾ ਪੇਪਰ ਵਰਕ ਸਹੀ ਹੈ, ਤੁਹਾਡੇ SOP ਸਹੀ ਹੈ ਔਰ ਐਵਰੀਥਿੰਗ ਇਜ਼ ਔਨ ਦਾ ਵੈਬਸਾਈਟ। ਇੰਨੇ ਆਪਾਂ ਸਾਰੇ ਸਿਆਣੇ ਹੈਗੇ ਆ, ਪੇਰੈਂਟਸ ਜਲਦਬਾਜ਼ੀ ਨਾ ਕਰਨ ਔਰ ਫੋਕਸਡ ਔਰ ਰਾਈਟ ਮੈਂਟਰਸ਼ਿਪ ਦੇ ਥਰੂ ਗਾਈਡੈਂਸ ਲੈਣ ਔਰ ਆਪਣੇ ਬੱਚਿਆਂ ਦੀ ਫਾਈਲ ਲਗਾਉਣ। ਜੀ ਬਿਲਕੁਲ ਸਰ, ਜਿਵੇਂ ਕਿ ਤੁਸੀਂ ਆਇਲਸ ਦੀ ਵੀ ਗੱਲ ਕਰ ਰਹੇ ਹੋ, ਤੇ ਕੀ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਵੀ ਕੋਈ ਭਾਸ਼ਾ ਯੋਗਤਾ ਲਈ ਕਿਸੇ ਵੀ ਤਰ੍ਹਾਂ ਦੀ ਆਇਲਸ ਜਾਂ PTE ਪ੍ਰੋਗਰਾਮ ਜੀ। ਚਲਾ ਰਿਹਾ ਹੈ, ਜੀ। ਤੇ ਕਿੱਥੇ ਚਲਾ ਰਿਹਾ ਹੈ ਉਹ? ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਅਸੀਂ ਆਪਣੇ ਹੀ ਸਾਡੇ ਕੈਂਪਸਿਸ ਨੇ ਜਲੰਧਰ ਦੇ ਅੰਦਰ, ਜੀ। 2 ਕੈਂਪਸਿਸ ਸਾਡੇ ਜਲੰਧਰ ਦੇ ਅੰਦਰ ਨੇ, ਇੱਕ ਮਕਸੂਦਾ ਦੇ ਅੰਦਰ ਹੈ ਤੇ ਇੱਕ ਸ਼ਾਹਪੁਰ ਅਰਬਨ ਸਟੇਟ ਫੇਜ਼ 2 ਤੋਂ ਅੱਗੇ, ਜੀ। ਤੇ ਤੀਸਰਾ ਕੈਂਪਸ ਸਾਡਾ ਸਿਟੀ ਯੂਨੀਵਰਸਿਟੀ ਦੇ ਅੰਦਰ ਜੀ। ਹੈ। ਤੇ ਅਸੀਂ ਆਪਣੇ ਹੀ ਬੱਚਿਆਂ ਨੂੰ ਆਇਲਸ ਪ੍ਰੋਗਰਾਮ ਨਾਲ ਕਰਵਾ ਰਹੇ ਹਾਂ ਤਾਂ ਕਿ ਉਹਨਾਂ ਦਾ ਜਿਹੜਾ ਟਾਈਮ ਹੈ, ਇੱਕ ਐਜੂਕੇਸ਼ਨ ਡਿਗਰੀ ਖਤਮ ਹੋਣ ਤੋਂ ਬਾਅਦ ਜਾਂ +2 ਖਤਮ ਹੋਣ ਤੋਂ ਬਾਅਦ, ਜੀ। ਉਹ ਬੱਚਾ ਜਦੋਂ ਅਗਲੇ 3 ਮਹੀਨੇ ਇਸ ਪ੍ਰੈਪਰੇਸ਼ਨ ਦੇ ਲਈ ਨਾ ਕਰੇ, ਉਹਨੂੰ ਅਕੈਡਮਿਕਸ ਦੇ ਨਾਲ ਉਹਨਾਂ ਦਾ ਕਰਿਕੂਲਮ ਜਦੋਂ ਟਾਈਮ ਖਤਮ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਆਇਲਸ ਦੀ ਕਲਾਸਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਜੀ। ਤੇ ਅਗਰ ਕੋਈ ਬੱਚੇ, ਜਿਸ ਤਰ੍ਹਾਂ ਸਾਡੇ ਕੋਲ ਬਾਕੀ ਦੇ ਬੱਚੇ ਵੀ ਨੇ, ਉਹ ਸਾਡੇ 3 ਕੈਂਪਸਿਸ, ਲੁਧਿਆਣਾ ਦੇ ਅੰਦਰ ਸਿਟੀ ਯੂਨੀਵਰਸਿਟੀ, ਜਲੰਧਰ ਦੇ ਅੰਦਰ ਮਕਸੂਦਾ ਕੈਂਪਸ ਐਂਡ ਸ਼ਾਹਪੁਰ ਕੈਂਪਸ ਦੇ ਅੰਦਰ ਆ ਕੇ ਸਾਡੇ ਸਰਟੀਫਾਈਡ ਐਂਡ ਐਕਸਪੀਰੀਅੰਸ ਟ੍ਰੇਨਰਸ ਕੋਲੋਂ ਆਪਣੀ ਜਿਹੜੀ ਆਇਲਸ ਦੀ ਕੋਚਿੰਗ ਲੈ ਸਕਦੇ ਨੇ, ਜੋ ਕਿ ਇੱਕ ਬਹੁਤ ਜ਼ਿਆਦਾ ਫਰਕ ਤੁਹਾਨੂੰ ਦਿਖੇਗਾ। ਇੱਕ ਐਜੂਕੇਸ਼ਨ ਦਾ ਮਾਹੌਲ ਦਿਖਦਾ ਹੈ। ਅਗਰ ਅਸੀਂ ਮਾਰਕੀਟ 'ਚ ਬੈਠ ਕੇ ਆਇਲਸ ਦੀ ਪ੍ਰੈਪਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਇੱਕ ਮਾਰਕੀਟ ਹੈ, ਮਾਰਕੀਟ ਦੇ ਅੰਦਰ ਡਿਸਟਰੈਕਸ਼ਨਸ ਬਹੁਤ ਜ਼ਿਆਦਾ ਹੋ ਜਾਂਦੀਆਂ। ਇੱਕ ਐਜੂਕੇਸ਼ਨ ਅਦਾਰੇ ਦੇ ਅੰਦਰ ਬੈਠ ਕੇ ਜਦੋਂ ਬੱਚਾ ਪੜ੍ਹ ਰਿਹਾ, ਉਹਨੂੰ ਇੱਕ ਵਾਈਬਸ ਆਉਂਦੀਆਂ, ਇੱਕ ਪੋਜ਼ਿਟਿਵ ਵਾਈਬਸ ਆਉਂਦੀਆਂ, ਉਹਦਾ ਪੜ੍ਹਨ ਦਾ ਦਿਲ ਕਰਦਾ, ਉਹਨੂੰ ਇੱਕ ਮਾਹੌਲ ਮਿਲਦਾ। ਤੇ ਇਸ ਕਰਕੇ ਅਸੀਂ ਇਹ ਜਿਹੜਾ ਆਇਲਸ ਪ੍ਰੈਪਰੇਸ਼ਨ ਦੀਆਂ ਕਲਾਸਿਸ ਆ ਆਪਣੇ 3 ਕੈਂਪਸਿਸ ਦੇ ਅੰਦਰ ਰਨ ਇਹਦੇ ਕਰਦੇ ਵਿੱਚ ਮੈਂ ਇੱਕ ਚੀਜ਼ ਐਡ ਕਰਦਾ ਕਿਉਂਕਿ ਲੋਟ ਆਫ ਸਟੂਡੈਂਟਸ ਆਫਟਰ +2 ਆਇਲਸ ਕਰਦੇ ਆ, ਜੀ। ਫਿਰ ਉਹ ਰਿਜ਼ਲਟ ਦੀ ਵੇਟ ਕਰਦੇ ਆ ਜਾਂ ਦੁਬਾਰਾ ਆਇਲਸ ਕਰਨੀ ਪੈ ਸਕਦੀ ਹੈ ਜੇ ਪੂਰੇ ਐਲੀਜੀਬਲ ਮਾਰਕਸ ਨਾ ਆਉਣ।
ਸੋ ਕਾਫੀ ਟਾਈਮ ਉਹਨਾਂ ਦਾ ਵੇਸਟ ਹੋ ਜਾਂਦਾ Waste ਹੋਣ ਤੋਂ ਬਚ ਸੋ ਸੀਟੀ ਗਰੁੱਪ ਅਗੇਨ ਲਾਈਕ ਆਇਲਸ ਪਲੱਸ ਇੱਕ ਨਵੀਂ ਚੀਜ਼ ਲੈ ਕੇ ਆਇਆ ਜੀ, ਸੀਟੀ ਕਾਲਜੀਏਟ, ਜੀ ਜਿਸ ਵਿੱਚ 10th ਤੋਂ ਬਾਅਦ ਹੀ ਤੁਸੀਂ ਬੱਚੇ ਨੂੰ +1 +2 ਸੀਟੀ ਗਰੁੱਪ ਵਿੱਚ ਕਰਾ ਸਕਦੇ ਹੋ, ਸੀਟੀ ਯੂਨੀਵਰਸਿਟੀ ਤੋਂ ਕਰਾ ਸਕਦੇ ਹੋ, ਸੀਟੀ ਕਾਲਜ ਸ਼ਾਹਪੁਰ ਤੋਂ ਕਰਾ ਸਕਦੇ ਹੋ, ਜਿਸ ਵਿੱਚ 11ਵੀਂ 12ਵੀਂ ਦੇ ਤਹਿਤ ਤੁਹਾਨੂੰ ਸਕਿੱਲ ਤੇ ਆਇਲਸ ਜੀ ਵਿੱਚ ਹੀ ਕਰਾਈ ਜਾਏਗੀ, ਤਾਂ ਕਿ ਤੁਹਾਡਾ ਟਾਈਮ ਨਹੀਂ ਵੇਸਟ ਹੋਏਗਾ, ਕੋਈ ਐਕਸਟਰਾ ਪੈਸੇ ਨਹੀਂ ਲੱਗਣਗੇ। ਡਿਊਰਿੰਗ +1 +2 ਤੁਸੀਂ ਸਕਿੱਲ ਐਂਡ ਆਇਲਸ ਲੈ ਕੇ ਫਾਈਲ ਲਗਾ ਸਕਦੇ ਹੋ ਔਰ 12ਵੀਂ ਤੋਂ ਬਾਅਦ ਸਟ੍ਰੇਟ ਆਪਣੀ ਮਨਪਸੰਦ ਕੰਟਰੀ ਜਾ ਸਕਦੇ ਹੋ। ਜੀ ਬਹੁਤ ਵਧੀਆ, ਕਿਉਂਕਿ ਬਹੁਤ ਸਾਰੇ ਬੱਚਿਆਂ ਦਾ ਸਰ +2 ਤੋਂ ਬਾਅਦ ਟਾਈਮ ਸਿਰਫ ਇਸੇ ਚੱਕਰ 'ਚ ਹੀ ਵੇਸਟ ਹੋ ਜਾਂਦਾ। ਅਗਰ ਸਾਡੇ ਕੋਲ 2 ਸਾਲ ਹੋਣਗੇ ਜੀ। ਆਇਲਸ ਕਰਨ ਲਈ ਸਰ, ਇੱਕ ਤਾਂ ਬੈਂਡਸ ਬਹੁਤ ਵੱਧ ਕੇ ਆਉਣਗੇ ਤੇ ਜੀ। ਪਲੱਸ ਜਿਹੜਾ ਸਾਡਾ ਹੈ ਐਲੀਜੀਬਿਲਟੀ ਇੱਕ ਪੂਰੀ ਹੋ ਜਾਏਗੀ। ਪੂਰੀ ਹੋ ਜਾਏਗੀ। ਜੀ ਸਰ, ਤੇ ਜਿਵੇਂ ਕਿ ਸਰ ਗੱਲ ਕਰਦੇ ਹਾਂ ਕਿ ਇੰਨੀ ਵੱਡੀ ਲੈਗੇਸੀ, ਇੰਨੇ ਸਾਰੇ ਸਟੂਡੈਂਟਸ, ਇੰਨੇ ਵਧੀਆ ਤਰ੍ਹਾਂ ਦੇ ਇਨਫਰਾਸਟ੍ਰਕਚਰ ਵਾਲੇ ਕਾਲਜਿਸ, ਉਸ ਦੇ ਨਾਲ ਹੀ ਸਿਟੀ ਗਲੋਬਲ ਐਜੂਕੇਸ਼ਨ ਸਰਵਿਸ। ਜੀ। ਸਰ ਇੰਨੇ ਸਾਰੇ ਬੱਚੇ ਤੁਹਾਡੇ ਜਿਹੜੇ ਹੈ ਅੰਡਰ, ਤੇ ਤੁਸੀਂ ਸਾਡੇ ਜਿਹੜੇ ਦੇਖ ਰਹੇ ਦਰਸ਼ਕ ਨੇ ਉਹਨਾਂ ਨੂੰ ਤੁਸੀਂ ਜਾਂਦੇ ਕੀ ਜਿਹੜਾ ਹੈ ਸੁਝਾਅ ਦੇਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਪ੍ਰੀ ਨਰਸਰੀ ਟੂ PhD ਸੀਟੀ ਗਰੁੱਪ ਜਾਣਾ ਜਾਂਦਾ ਆ ਪ੍ਰੀ ਨਰਸਰੀ ਟੂ PhD ਦੇ ਨਾਲ। ਕਰੀਅਰ ਬਿਗਿਨਸ ਹੈ ਸਾਡੀ ਟੈਗਲਾਈਨ ਹੈ। ਉਹਦਾ ਕਾਰਨ ਇਹੋ ਹੀ ਹੈ ਕਿ ਕਰੀਅਰ ਜਦੋਂ ਤੁਸੀਂ ਐਂਟਰ ਕਰਦੇ ਹੋ ਸਾਡੀ ਕਿੰਡਰਗਾਰਟਨ 'ਚ, ਜੀ। 2.5 ਸਾਲ 3 ਸਾਲ ਦਾ ਬੱਚਾ, ਤੇ ਉਹ PhD ਕਰਕੇ ਨਿਕਲਦਾ ਹੈ ਪੂਰੇ ਗਰੁੱਪ 'ਚੋਂ, ਤੇ ਜੇ ਉਹ ਬਾਹਰ ਜਾਣਾ ਚਾਹੁੰਦਾ ਹੈ +2 ਜਾਂ ਗ੍ਰੈਜੂਏਸ਼ਨ ਤੋਂ ਬਾਅਦ, ਵਿੱਚ ਹੀ ਸਭ ਕੁਝ ਸਕਿੱਲਸ ਐਂਡ ਆਇਲਸ ਇਨਕਲਕੇਟਡ ਹੈਗੀ ਹੈ ਜੀ। ਔਰ ਉਹਦਾ ਟਾਈਮ ਨਹੀਂ ਵੇਸਟ ਹੁੰਦਾ। ਇਹ ਇੰਟਰਨਲ ਸਟੂਡੈਂਟਸ ਵਾਸਤੇ ਇੱਕ ਬਹੁਤ ਵੱਡਾ ਇਹ ਪਲੱਸ ਪੁਆਇੰਟ ਹੈ। ਬਟ ਮੇਰਾ ਮੈਸੇਜ ਥਰੂ ਆਊਟ ਦ ਵਰਲਡ ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ ਹੈਗਾ ਕਿ ਪਲੀਜ਼ ਜਲਦਬਾਜ਼ੀ 'ਚ ਕੋਈ ਫੈਸਲਾ ਨਾ ਕਰੋ, ਪੀਅਰ ਪ੍ਰੈਸ਼ਰ ਦੇ ਵਿੱਚ ਆ ਕੇ ਕੋਰਸ ਸਿਲੈਕਸ਼ਨ ਗਲਤ ਨਾ ਕਰੋ, ਐਕਸਪਰਟਸ ਦੀ ਰਾਏ ਲਵੋ। ਕਿਤੇ ਵੀ ਤੁਹਾਡੇ ਕੋਲ ਕੋਈ ਪ੍ਰੋਬਲਮ ਆ, ਸੀਟੀ ਗਲੋਬਲ ਟੋਲ ਫ੍ਰੀ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ, ਸਕਰੀਨ ਤੇ ਉਹ ਨੰਬਰਸ ਆ ਰਹੇ ਹਨ, ਜੀ। ਔਰ ਸਾਡੇ ਕੋਲ ਫ੍ਰੀ ਗਾਈਡੈਂਸ ਲੈ ਸਕਦੇ ਹੋ, ਕਿਉਂਕਿ ਸੀਟੀ ਗਰੁੱਪ ਨੇ 25 ਸਾਲ ਦੇ ਤਹਿਤ ਇੱਕ ਫ੍ਰੀ ਹੈਲਪਲਾਈਨ ਸ਼ੁਰੂ ਕੀਤੀ ਹੈ। ਔਰ ਮੇਨ ਟਾਈਮ ਸਿਰ ਆਪਣਾ ਟਾਈਮ ਮੈਨੇਜਮੈਂਟ ਕਰੋ, ਬਿਕਾਜ਼ ਐਜ਼ ਆਈ ਸੇਡ ਟਾਈਮ ਮੈਨੇਜਮੈਂਟ ਇਜ਼ ਲਾਈਫ ਮੈਨੇਜਮੈਂਟ, ਜੀ। ਐਂਡ ਇਨ ਦੀ ਐਂਡ ਆਈ ਆਲਵੇਜ਼ ਸੇਜ਼ ਯੂ ਹੈਵ ਟੂ ਗੋ ਆਊਟ ਟੂ ਦ ਮਾਰਕੀਟ, ਸਟੱਡੀ, ਦੈਨ ਐਨਾਲਾਈਜ਼ ਐਂਡ ਦੈਨ ਐਕਟ। ਜੀ ਸਰ ਸਾਡੇ ਕੋਲ ਇੱਕ ਕੁਐਰੀ ਆਈ ਸੀਗੀ ਕਿ ਸਿਟੀ ਕਾਲਜੀਏਟ ਬਹੁਤ ਜ਼ਿਆਦਾ ਇਹ ਜਿਹੜਾ ਚੱਲ ਰਿਹਾ ਹੈ ਸਿਟੀ ਕਾਲਜੀਏਟ ਬਾਰੇ, ਤੇ ਸਰ ਪੇਰੈਂਟਸ ਪੁੱਛ ਰਹੇ ਨੇ ਕਿ ਸਿਟੀ ਕਾਲਜੀਏਟ ਰਾਹੀਂ ਸਾਡਾ ਬੱਚਾ ਬਾਹਰ ਕਿਵੇਂ ਜਾ ਸਕਦਾ? ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਾਫੀ ਸ਼ੁਰੂ ਤੋਂ ਹੀ ਪਲੈਨਿੰਗ ਹੋ ਜਾਂਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੈ, ਔਰ ਅਸੀਂ ਉਹ ਪਲੈਨਿੰਗ +2 ਤੱਕ ਡਰੈਗ ਕਰਕੇ ਉਸ ਤੋਂ ਬਾਅਦ ਉਹਨੂੰ ਆਇਲਸ ਕਰਾਉਂਦੇ ਹਾਂ, ਫਿਰ ਉਹਦਾ ਅਪਲਾਈ ਕਰਦੇ ਹਾਂ ਜਾਂ ਵਾਇਲਸ ਵੀ ਦੁਬਾਰਾ ਕਰਨੀ ਪੈ ਸਕਦੀ ਹੈ। ਸੋ ਸੀਟੀ ਗਰੁੱਪ ਨੇ ਸੋਚਿਆ ਕਿ ਅਸੀਂ ਸੀਟੀ ਕਾਲਜੇਟ ਸਟਾਰਟ ਕਰੀਏ, ਜਿਸ ਵਿੱਚ 10th ਤੋਂ ਬਾਅਦ +1 +2 ਦੇ ਵਿੱਚ ਹੀ ਉਹਨੂੰ ਆਪਾਂ ਆਇਲਸ ਵੀ ਕਰਾਵਾਂਗੇ। ਜੇ ਆਇਲਸ ਉਹ ਪਹਿਲੇ ਅਟੈਂਪਟ 'ਚ ਨਹੀਂ ਕਰ ਸਕਿਆ ਤੇ ਅਸੀਂ ਉਹਨੂੰ ਸੈਕੰਡ ਅਟੈਂਪਟ ਦਾ ਟਾਈਮ ਵੀ ਉਹਦੇ ਕੋਲ ਹੋਏਗਾ, ਇੱਕ ਸਕਿੱਲ ਵੀ ਦੇਵਾਂਗੇ ਐਜ਼ ਪਰ ਦੀ ਉਹਦੇ ਇੰਟਰਸਟ। ਔਰ ਕਾਲਜੇਟ ਦੇ ਵਿੱਚ ਜਿਹੜੇ ਸਬਜੈਕਟ ਚੂਜ਼ ਹੁੰਦੇ ਆ, ਕਿਉਂਕਿ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਅਸੀਂ +1 +2 'ਚ ਮੈਡੀਕਲ ਕਰ ਲਈ ਤੇ ਕਹਿਣਾ ਜਾ ਕੇ ਅਸੀਂ ਹੋਟਲ ਮੈਨੇਜਮੈਂਟ ਕਰਨਾ ਚਾਹੁੰਦੇ ਹਾਂ, ਜਾਂ ਪੀਅਰ ਪ੍ਰੈਸ਼ਰ ਦੇ ਵਿੱਚ ਆ ਕੇ ਕੋਈ ਇੱਦਾਂ ਦੇ ਸਬਜੈਕਟ ਚੂਜ਼ ਕਰ ਲਏ। ਸੋ ਦ ਬਿਊਟੀ ਆਫ ਕਾਲਜੇਟ, ਸੀਟੀ ਕਾਲਜੇਟ ਇਜ਼ ਤੁਹਾਨੂੰ ਰਾਈਟ ਕੋਰਸਿਸ, ਰਾਈਟ ਪ੍ਰੋਗਰਾਮਸ, ਮੈਡੀਕਲ, ਹਿਊਮੈਨਿਟੀਜ਼, ਨਾਨ ਮੈਡੀਕਲ, ਕਾਮਰਸ ਆਪਾਂ ਕਰਾ ਸਕਦੇ ਹਾਂ। ਜਿਵੇਂ ਕਿ ਐਗਜ਼ਾਮਪਲ ਮੈਡੀਕਲ ਆਪਾਂ ਕਰਕੇ ਬਾਹਰ ਜਾਣਾ ਚਾਹੁੰਦੇ ਹਾਂ ਤੇ ਮੈਥਸ ਨਹੀਂ ਕੀਤੀ ਹੁੰਦੀ ਤੇ ਅਸੀਂ ਕਈ ਕੋਰਸ ਸਿਲੈਕਟ ਨਹੀਂ ਕਰ ਪਾਉਂਦੇ ਔਰ ਵੀਜ਼ਾ 'ਚ ਰਿਜੈਕਸ਼ਨ ਵੀ ਆ ਸਕਦੀ ਹੈ। ਸੋ ਸੀਟੀ ਗਰੁੱਪ ਨੇ ਸੋਚਿਆ, ਬਿਕਾਜ਼ 25 ਇਅਰਸ ਦੀ ਲੈਗੇਸੀ ਦੇ ਨਾਲ, ਕਿ ਸੀਟੀ ਕਾਲਜੇਟ ਦੇ ਰਾਹੀਂ ਰਾਈਟ ਪ੍ਰੋਗਰਾਮ, ਰਾਈਟ ਸਕਿੱਲ, ਰਾਈਟ ਆਇਲਸ ਡਿਊਰਿੰਗ ਰਾਈਟ ਟਾਈਮ, +2 ਕਰੋ ਐਂਡ ਯੂ ਕੈਨ ਗੋ। ਜਿਸ ਤਰ੍ਹਾਂ ਮੈਮ ਇਹਦੇ ਵਿੱਚ ਹੀ ਜਿਸ ਤਰ੍ਹਾਂ ਸਾਨੇ ਗੱਲ ਕੀਤੀ ਕਿ एग्जाम्पल साने जैसे मैडिकल वाले बच्चे की एग्जाम्पल लेती है कि अगर कोई बच्चा कॉलेज स्कूल के अंदर एडमिशन लेंदा 10th तो बाद एक गल क्लीयर है कि वो अपने पाथवे सिलेक्ट करके आएगा कि उन्हें अपनी एजुकेशन जी +2 तो बाद है कितने कंटिन्यू करनी है, कि फॉरन एजुकेशन लिए जाना है या उन्हें इंडिया कंटिन्यू करनी है, उहदे हिसाब नाल वो अपने पाथवे सिलेक्ट करेगा। जो पाथवे सिलेक्ट करेगा फिर नैक्सट पार्ट जिहड़ा मैम उहदे सब तो इंपॉर्टेंट आ जाता है काउंसलिंग कि अगर बच्चा मेरे को एक पाथवे 1 ਦੇ ਅੰਦਰ ਆ ਗਿਆ कि मैं ਫੋਰਨ ਐਜੂਕੇਸ਼ਨ ਦੇ ਲਈ ਕੈਨੇਡਾ ਸਿਲੈਕਟ ਕਰ ਲਿਆ। ਹੁਣ ਕੈਨੇਡਾ ਦੇ ਅੰਦਰ ਮੈਡੀਕਲ ਦਾ ਬੱਚਾ ਚਾਹੇ ਨਾਨ ਮੈਡੀਕਲ ਦਾ ਬੱਚਾ, ਮੈਮ ਕੈਨੇਡਾ ਦੀ ਐਜੂਕੇਸ਼ਨ ਸਿਸਟਮ ਇਸ ਤਰ੍ਹਾਂ
ਤਰ੍ਹਾਂ ਦਾ ਹੈ ਕਿ ਉਹਨਾਂ ਨੂੰ ਐਪਟੀਟਿਊਡ ਸਕਿੱਲਸ ਚਾਹੀਦੀਆਂ, ਜੀ ਚਾਹੇ ਬੱਚਾ ਮੈਡੀਕਲ ਬੈਕਗ੍ਰਾਉਂਡ ਦਾ ਚਾਹੇ ਨਾਨ ਮੈਡੀਕਲ ਬੈਕਗ੍ਰਾਉਂਡ ਦਾ। ਹੁਣ ਮੈਡੀਕਲ ਦਾ ਬੱਚਾ ਮੈਕਸਿਮਮ ਆਪਣੇ ਪੰਜਾਬ ਦੇ ਅੰਦਰ ਸੁਪਰ ਮੈਡੀਕਲ ਨਹੀਂ ਕਰਦਾ। ਸੁਪਰ ਮੈਡੀਕਲ ਦਾ ਮਤਲਬ ਹੈ ਕਿ ਮੈਡੀਕਲ ਦੇ ਨਾਲ ਨਾਲ ਇੱਕ ਮੈਥ ਦਾ ਸਬਜੈਕਟ ਉਹ ਐਡੀਸ਼ਨਲ ਨਹੀਂ ਰੱਖਦਾ, ਜਾਂ ਨਾਨ ਮੈਡੀਕਲ ਦਾ ਬੱਚਾ ਆਪਣੇ ਨਾਲ ਐਡੀਸ਼ਨਲ ਬਾਇਓਲੋਜੀ ਦਾ ਸਬਜੈਕਟ ਨਹੀਂ ਰੱਖਦਾ ਕਿ ਉਹ ਸੁਪਰ ਮੈਡੀਕਲ ਜਾਂ ਸੁਪਰ ਨਾਨ ਮੈਡੀਕਲ ਨਹੀਂ ਕਰ ਰਿਹਾ। ਹੁਣ ਉਸ ਬੱਚੇ ਨੇ +2 ਕਰ ਲਈ, ਜਦੋਂ ਉਹਨੂੰ ਗਾਈਡੈਂਸ ਨਹੀਂ ਮਿਲੀ, ਅੱਜ ਤੋਂ ਪਹਿਲਾਂ ਉਹਨੇ ਆਪਣੀ +2 ਕਰ ਲਈ, ਮੈਡੀਕਲ ਦੇ ਅੰਦਰ ਕਰ ਲਈ, ਉਸ ਤੋਂ ਬਾਅਦ ਉਹ ਕਹਿੰਦਾ ਕਿ ਮੈਂ ਕੈਨੇਡਾ ਦੇ ਅੰਦਰ ਜਾ ਕੇ ਨਰਸਿੰਗ ਦਾ ਪ੍ਰੋਗਰਾਮ ਕਰਨਾ ਹੈ, ਮੈਂ ਡੈਂਟਿਸਟਰੀ ਦੇ ਹਾਈ ਲੈਵਲ ਦੇ ਪ੍ਰੋਗਰਾਮਸ ਕਰਨੇ ਆ, ਜਾਂ ਮੈਂ ਆਪਣਾ ਕੈਮੀਕਲ ਲੈਬ ਟੈਕਨੋਲੋਜੀ ਜਾਂ ਮੈਡੀਕਲ ਲੈਬ ਟੈਕਨੋਲੋਜੀ ਦੇ ਪ੍ਰੋਗਰਾਮਸ ਕਰਨੇ ਆ। ਫਿਰ ਉਹਨੂੰ ਪਤਾ ਲੱਗਦਾ ਹੈ ਕਿ ਇਹ ਪ੍ਰੋਗਰਾਮਸ ਤਾਂ ਕਰ ਹੀ ਨਹੀਂ ਸਕਦਾ ਕਿਉਂਕਿ ਐਲੀਜੀਬਿਲਿਟੀ ਪੂਰੀ ਨਹੀਂ ਹੋ ਰਹੀ, ਨੰਬਰ ਉਹਦੇ 90% ਨੇ, ਆਇਲਸ ਉਹਦੀ ਪੂਰੀ ਹੈ ਬਟ ਮੈਥ ਦੀ ਰਿਕੁਆਇਰਮੈਂਟ ਨਹੀਂ ਹੈ। ਫਿਰ ਉਹਦੇ ਕੋਲ ਇੱਕ ਆਪਸ਼ਨ ਰਹਿ ਜਾਂਦੀ ਹੈ ਕਿ ਜਾਂ ਤਾਂ ਉਹ ਕੰਟਰੀ ਚੇਂਜ ਕਰ ਲੇ, ਜਾਂ ਫਿਰ ਦੂਸਰੀ ਉਹਦੇ ਕੋਲ ਆਪਸ਼ਨ ਆ ਜਾਂਦੀ ਹੈ ਕਿ ਉਹ ਇੱਕ ਪ੍ਰੀ ਮੈਡੀਕਲ ਸਾਇੰਸਿਸ ਦਾ ਟੈਸਟ ਹੁੰਦਾ ਕੈਨੇਡਾ ਦੇ ਅੰਦਰ, ਉਸ ਟੈਸਟ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰੇ। ਹੁਣ ਉਹ ਟੈਸਟ ਅਗਰ ਤਾਂ ਕਲੀਅਰ ਹੋ ਜਾਏਗਾ ਤਾਂ ਬੱਚਾ ਕਲੈਰੀਫਾਈ ਕਰ ਜਾਏਗਾ ਆਪਣੀ ਐਲੀਜੀਬਿਲਿਟੀ ਨੂੰ। ਅਗਰ ਟੈਸਟ ਨਹੀਂ ਕਲੀਅਰ ਹੁੰਦਾ ਤਾਂ ਉਹਨੂੰ ਇੱਕ ਐਕਸਟਰਾ ਅਮਾਉਂਟ ਪੇ ਕਰਨੀ ਪਏਗੀ ਉਸ ਕੋਰਸ ਨੂੰ ਉੱਥੇ ਕਰਨ ਦੇ ਲਈ, ਜਿਹਦੇ ਲਈ ਕਿ ਉਹਨੂੰ ਫਿਰ ਮੈਥਮੈਟਿਕਸ ਦੇ ਥਰੂ ਜਾਣਾ ਪਏਗਾ। ਤੇ ਇਸ ਦੇ ਲਈ ਬੈਟਰ ਹੈ ਕਿ ਜਦੋਂ ਵੀ ਬੱਚਾ ਆਏ ਤੇ ਉਹ ਆਪਣੀ ਐਲੀਜੀਬਿਲਿਟੀ, ਕਿਉਂ ਸਿਟੀ ਕਾਲਜੀਏਟ ਦਾ ਇੱਕ ਰੋਲ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਉਸ ਦੀ ਅਸੀਂ ਜਿਹੜੀ ਕਾਉਂਸਲਿੰਗ ਕਰਨੀ ਹੈ ਉਹ ਅਸੀਂ ਉਹਦੀ ਡ੍ਰੀਮ ਡੈਸਟੀਨੇਸ਼ਨ ਨੂੰ ਸੋਚ ਕੇ ਹੀ ਉਹਦੀ ਅਪਬ੍ਰਿੰਗਿੰਗ ਕਰਾਂਗੇ ਔਰ ਕੋਰਸ ਨੂੰ ਸੋਚ ਕੇ ਜੀ ਬਿਲਕੁਲ ਕਿ ਨਾਨ ਉਹ ਬੈਠ ਕੇ ਕਿ +2 ਨਾਨ ਮੈਡੀਕਲ ਕਰ ਰਿਹਾ, ਰੀਜ਼ਨ ਕਿਉਂ ਮੈਡੀਕਲ ਇਸ ਕਰਕੇ ਤੇ ਨਹੀਂ ਕਰ ਰਿਹਾ ਕਿ ਅਸੀਂ ਉੱਥੇ ਜਾ ਕੇ ਕਲੈਰੀਕਲ ਦਾ ਡਿਪਲੋਮਾ ਕਰਨਾ ਹੈ, ਇੱਥੇ ਮੈਡੀਕਲ ਦੀ ਸਟੱਡੀ ਕਰਨ ਤੋਂ ਬਾਅਦ। ਤੇ ਉਹ ਇੱਕ ਬਹੁਤ ਜ਼ਰੂਰੀ ਹੋ ਜਾਏਗਾ, ਇੱਕ ਬਹੁਤ ਸਮਝਣਾ ਇਸ ਚੀਜ਼ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਹੜਾ ਪ੍ਰੋਗਰਾਮ ਕਿਹੜੇ ਕੋਰਸ ਦੇ ਲਈ ਕਿੱਥੇ ਬੈਠ ਕੇ ਪਾਰਟਿਕੂਲਰਲੀ ਸੈੱਟ ਹੋ ਜਾਂਦਾ ਹੈ। ਜੀ ਬਿਲਕੁਲ। ਇੱਕ ਮੈਂ ਇਹਦੇ ਚ ਐਡ ਕਰਨਾ ਚਾਹੂੰਗਾ ਕਿ ਕੈਨੇਡਾ, ਤੁਸੀਂ ਸਟਾਰਟਿੰਗ ਪੁੱਛਿਆ ਸੀਗਾ ਵਾਈ ਕੈਨੇਡਾ, ਬਿਕਾਜ਼ ਕੈਨੇਡਾ ਇਜ਼ ਅ ਵੈਰੀ ਲੋ ਡੈਂਸ ਪੋਪੂਲੇਟਿਡ ਕੰਟਰੀ ਐਜ਼ ਕੰਪੇਅਰ ਟੂ ਇੰਡੀਆ। ਇੰਡੀਆ ਦੇ ਵਿੱਚ ਅਰਾਊਂਡ more than 380 people per square kilometer are there. Canada is just around 4 people. So Canada almost they ਕਹਿੰਦੇ ਸਾਰਾ ਖਾਲੀ ਹੈਗਾ ਹਾਲੇ, just 2 or 3 regions ਹਾਲੇ ਉੱਥੇ develop ਹੋਏ ਆ। So absolutely Canada is the next big thing, and ਜਿਵੇਂ ਕਿ ਦੇਖਿਆ ਅਸੀਂ ਉਹਨਾਂ ਦੀ ਗਵਰਨਮੈਂਟ ਨੂੰ millions of skilled manpower ਚਾਹੀਦੀ ਹੈ। So don't forget guys, skill ਲੈ ਕੇ ਜਾਣਾ। ਜੀ ਬਿਲਕੁਲ ਬਿਲਕੁਲ ਸਰ ਨੇ ਜਿਵੇਂ ਕਿਹਾ ਕਿ ਪੀਅਰ ਪ੍ਰੈਸ਼ਰ ਦੇ ਵਿੱਚ ਨਹੀਂ ਆਣਾ ਤੇ ਹਮੇਸ਼ਾ ਆਪਣੇ ਕੋਰਸ ਨੂੰ ਜਿਹੜਾ ਸਹੀ ਗਾਈਡੈਂਸ ਨਾਲ ਹੀ ਚੁਣਨਾ ਚਾਹੀਦਾ ਹੈ। ਦੂਸਰਾ ਇਹਦੇ ਚ ਇਹ ਵੀ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਸਰ ਦੱਸ ਰਹੇ ਸੀ, ਤੁਸੀਂ ਕੁਐਸਚਨ ਪੁੱਛਿਆ ਕਿ ਕੈਨੇਡਾ ਸੈਕਿੰਡ ਹੋਮ ਪੰਜਾਬੀਆਂ ਦਾ ਕਿਉਂ ਹੈ। ਜੀ ਬਿਲਕੁਲ। ਮੈਮ ਅਗਰ ਅਸੀਂ ਕੋਈ ਵੀ ਕੰਟਰੀ ਦੇਖਦੇ ਹਾਂ, ਸਾਰੀ ਕੰਟਰੀਜ਼ ਅਗਰ ਦੇਖਦੇ ਹਾਂ, ਇੰਡੀਆ ਅਸੀਂ ਦੇਖ ਰਹੇ ਹਾਂ, ਅਸੀਂ UK ਦੇਖ ਰਹੇ ਹਾਂ, USA ਦੇਖ ਰਹੇ ਹਾਂ, ਕਿਸੇ ਕੰਟਰੀ ਕੋਲ ਕੋਈ ਨੰਬਰ ਨਹੀਂ ਹੈ ਕਿ ਉਹ ਕਿੰਨੇ ਬੱਚੇ ਜਾਂ ਕਿੰਨੀ ਕੈਂਡੀਡੇਟਸ ਜਿਹੜੇ ਕਿ ਇਮੀਗ੍ਰੇਟ ਕਰਾ ਰਹੇ। ਕੈਨੇਡਾ ਇੱਕ ਐਸੀ ਕੰਟਰੀ ਹੈ ਜਿਹਦੀ ਪ੍ਰੋਜੈਕਸ਼ਨ ਦਿੰਦੀ ਹੈ ਕਿ 2022 ਦੇ ਅੰਦਰ ਉਹ 4,23,000 ਲੈ ਕੇ ਬੱਚਾ ਜਾ ਰਿਹਾ, 2023 ਚ ਸੇਮ ਕੰਟੀਨਿਊ ਕਰ ਰਿਹਾ, 2024 ਚ ਕਰ ਰਿਹਾ। ਜਿਹੜੀ ਵੀ ਗਵਰਨਮੈਂਟ ਉਹਨਾਂ ਦੀ ਆ ਰਹੀ ਹੈ ਉਹ ਇੱਕ ਪ੍ਰੋਜੈਕਸ਼ਨ ਦੇ ਨਾਲ ਲੈ ਕੇ ਆ ਰਹੀ ਹੈ। ਰੀਜ਼ਨ ਸਾਫ਼ ਹੈ ਕਿਉਂਕਿ ਪਰ ਸਕੁਅਰ ਕਿਲੋਮੀਟਰ, ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਅਰਾਊਂਡ 4 ਬੰਦੇ ਜਿਹੜੇ ਕਿ ਤੁਹਾਨੂੰ ਇੱਕ ਪਰ ਸਕੁਅਰ ਕਿਲੋਮੀਟਰ ਦੇ ਅੰਦਰ ਕੈਨੇਡਾ ਚ ਮਿਲਦੇ ਨੇ। ਕਿੰਨਾ ਜ਼ਿਆਦਾ ਉੱਥੇ ਓਪਰਚੁਨਿਟੀ, ਵੈਰੀ ਬਿਗ ਕੰਟਰੀ, ਠੀਕ ਹੈ ਨਾ। ਦੂਸਰਾ ਅਗਰ ਅਸੀਂ ਇਹਦੇ 'ਚ ਗੱਲ ਕਰਦੇ ਹਾਂ ਮੈਮ ਕਿ ਕੈਨੇਡਾ ਦੇ ਨਾਲ ਬਾਰਡਰ ਸ਼ੇਅਰ ਕਰ ਰਹੇ ਹਾਂ ਅਸੀਂ USA ਦਾ। USA ਟੈਕਨੀਕਲੀ ਬਹੁਤ ਜ਼ਿਆਦਾ ਸਾਊਂਡ ਹੋ ਚੁੱਕਾ ਹੈ, ਉਹਨੂੰ ਸਿਲੀਕਨ ਵੈਲੀ ਵੀ ਉੱਥੇ ਆਪਣੇ ਕੋਲ ਹੈਗੀ ਹੈ USA ਦੇ ਅੰਦਰ। ਮੈਨ ਪਾਵਰ ਦੀ ਰਿਕੁਆਇਰਮੈਂਟ ਹੈ, ਬਾਰਡਰ ਸ਼ੇਅਰਿੰਗ ਹੈ ਅਗਰ ਤੁਸੀਂ IT ਦੇ ਅੰਦਰ ਆਪਣਾ ਫੀਲਡ ਬਣਾਉਣਾ ਚਾਹੁੰਦੇ ਹੋ। ਦੂਸਰਾ ਇਸ ਤੋਂ ਇਲਾਵਾ ਅਗਰ ਅਸੀਂ ਪੂਰੇ ਵਰਲਡ ਦੀ ਗੱਲ ਕਰਦੇ ਹਾਂ ਮੈਮ, ਇਸ ਟਾਈਮ ਕੋਵਿਡ ਨੇ ਸਾਨੂੰ ਬਹੁਤ ਕੁਝ ਸਿਖਾਇਆ ਕਿ ਮੈਡੀਕਲ ਦੇ ਉੱਪਰ ਅਸੀਂ ਕਿੱਥੇ ਖੜੇ ਹਾਂ। ਸਾਡੇ ਕੋਲ ਹਸਪੀਟਲਸ ਦੀ ਰਿਕੁਆਇਰਮੈਂਟਸ ਕਿੰਨੀ ਹੈ, ਨਰਸਿਸ ਦੀ ਰਿਕੁਆਇਰਮੈਂਟਸ ਕਿੰਨੀ ਹੈ, ਸਾਡੇ ਕੋਲ ਡਾਕਟਰਸ ਦੀ ਰਿਕੁਆਇਰਮੈਂਟਸ ਕਿੰਨੀ ਹੈ। ਤਾਂ ਇਹ ਜਿਹੜੀਆਂ 2 ਸਟਰੀਮਸ ਮੈਂ ਕਹਿੰਦੇ ਆ ਕਿ ਬਹੁਤ ਜ਼ਿਆਦਾ ਹੀ ਜੀ ਸੋ ਕਹਿ ਸਕਦੇ ਹਾਂ ਕਿ ਕੈਨੇਡਾ ਇੱਕ ਬਹੁਤ ਹੀ ਜ਼ਿਆਦਾ ਮਤਲਬ ਬੱਚਿਆਂ ਲਈ ਖੁੱਲਾ ਰਾਹ ਹੈ, ਜਿੱਥੇ ਕੈਨੇਡਾ ਜਾ ਕੇ ਬੱਚੇ ਆਪਣੇ ਜਿਹੜੇ ਉੱਚ ਸਿੱਖਿਆ ਤੇ ਆਪਣੇ ਸੁਪਨਿਆਂ ਨੂੰ ਵੀ ਪੂਰਾ ਕਰ ਸਕਦੇ ਨੇ। ਜੀ ਬਿਲਕੁਲ। ਉਮੀਦ ਕਰਦੀ ਹਾਂ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਹੈ ਬੇਹੱਦ ਹੀ ਲਾਹੇਵੰਦ ਸਿੱਧ ਹੋਇਆ ਹੋਵੇਗਾ, ਖਾਸ ਕਰਕੇ ਉਹਨਾਂ ਬੱਚਿਆਂ ਲਈ ਜਿਹੜੇ ਕਿ ਕੈਨੇਡਾ ਪੜ੍ਹਾਈ ਲਈ ਜਾਣਾ ਚਾਹੁੰਦੇ ਨੇ। ਤੇ ਸਰ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਇੰਨਾ ਕੀਮਤੀ ਸਮਾਂ ਕੱਢਣ ਲਈ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ ਐਵਰੀਵਨ। Never give up. As you can read behind me, never give up. Never give up on your IELTS score. ਜੇ ਤੁਸੀਂ ਵੀ ਆਪਣਾ ਰਿਕੁਆਇਰਡ IELTS ਸਕੋਰ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ CT Global ਦੇ ਐਕਸਪੀਰੀਐਂਸਡ ਐਂਡ ਸਰਟੀਫਾਈਡ ਟਿਊਟਰਸ ਨੂੰ, because as we all know ਕਿ CT Global Education Services provides you the best facilities for your IELTS score। ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਕੰਟਰੀ 'ਚ ਪੜ੍ਹਨ ਵਾਸਤੇ ਇੰਗਲਿਸ਼ ਐਲੀਜੀਬਿਲਿਟੀ ਟੈਸਟ IELTS is the most important test, so please connect with CT Global Education Services
for your required and requisite score. ਆਇਲਸ, ਜੀ ਹਾਂ, ਆਇਲਸ ਦਾ ਖਿਆਲ ਆਉਂਦੇ ਹੀ ਇਹ ਮਾਈਂਡ 'ਚ ਕੁਐਸਚਨ ਆਉਂਦਾ ਹੈ ਕਿ ਆਇਲਸ ਆਖਿਰ ਕੀਤੀ ਕਿੱਥੋਂ ਜਾਏ। ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਜਿਹੜਾ ਕਿ ਇੱਕ ਬਹੁਤ ਮੰਨਿਆ ਹੋਇਆ ਬ੍ਰਾਂਡ ਬਣ ਗਿਆ ਹੈ ਮਾਰਕੀਟ ਦੇ ਵਿੱਚ, ਤੁਹਾਡੇ ਬਾਹਰ ਜਾਣ ਦੇ ਸੁਪਨਿਆਂ ਨੂੰ ਕਰੇਗਾ ਸਾਕਾਰ ਇੱਕ ਬਹੁਤ ਸਿੰਪਲ ਤਰੀਕੇ ਨਾਲ। ਸਾਡੇ ਆਇਲਸ ਕਰਾਉਣ ਦੇ ਤਰੀਕੇ, ਕਨਸੈਪਟਸ, ਲੌਜਿਕਸ ਸਾਨੂੰ ਅਲੱਗ ਕਰਦੇ ਨੇ ਬਾਕੀ ਸਾਰਿਆਂ ਤੋਂ, ਜਿੱਥੇ ਕਿ ਕੁਝ ਸਟੂਡੈਂਟਸ ਦਾ ਸੁਪਨਾ ਜਿਹੜਾ ਆ ਉਹ ਸਾਕਾਰ ਨਹੀਂ ਹੋ ਪਾਉਂਦਾ। ਸਾਡੇ ਰਿਜ਼ਲਟਸ ਬੋਲਦੇ ਨੇ ਮਾਰਕੀਟ ਦੇ ਵਿੱਚ, ਜਿਹੜੇ ਕਿ ਤੁਹਾਨੂੰ ਇੱਕ ਐਸ਼ੋਰੈਂਸ ਦੇਣਗੇ ਕਿ ਆਇਲਸ ਕਰਨੀ ਹੁਣ ਅੱਜ ਦੇ ਟਾਈਮ ਤੇ ਔਖੀ ਨਹੀਂ ਰਹੀ। ਅੱਜ ਹੀ ਡੈਮੋ ਅਪਾਇੰਟਮੈਂਟ ਬੁੱਕ ਕਰਵਾਓ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਆਫਿਸ 'ਚ ਆ ਕੇ।